ਬਹੁਤ ਸਾਰੇ ਸਟੂਡੈਂਟਸ ਦੇ ਸਵਾਲ ਹੁੰਦੇ ਨੇ ਕਿ ਸਾਡੀ ਪ੍ਰੋਫਾਈਲ ਦੇ ਵਿੱਚ ਗੈਪ ਬਹੁਤ ਹੈ, ਆਇਲਸ ਦਾ ਚੰਗਾ ਸਕੋਰ ਅਸੀਂ ਅਚੀਵ ਨਹੀਂ ਕਰ ਪਾ ਰਹੇ ਹਾਂ ਤੇ ਅਸੀਂ ਹੁਣ ਵਿਦਆਊਟ ਆਇਲਸ ਅਗਰ ਆਪਸ਼ਨ ਚਾਹੀਏ ਤਾਂ ਕਿਹੜੀ ਆਪਸ਼ਨ ਸਾਡੇ ਲਈ ਵਧੀਆ ਰਹਿ ਸਕਦੀ ਹੈ। ਅਸੀਂ ਖਾਸ ਤੌਰ ਤੇ ਅੱਜ ਯੂਐਸਏ ਬਾਰੇ ਗੱਲ ਕਰਨ ਜਾ ਰਹੇ ਹਾਂ, ਇੱਕ ਚੰਗੀ ਆਪਸ਼ਨ ਜਿੱਥੇ ਸਟੂਡੈਂਟ ਸੈਟਲ ਹੋ ਸਕਦੇ ਨੇ, ਆਪਣੇ ਫਿਊਚਰ ਨੂੰ ਬ੍ਰਾਈਟ ਕਰ ਸਕਦੇ ਨੇ। ਬਹੁਤ ਬਹੁਤ ਸਵਾਗਤ ਹੈ ਜੀ, ਮੈਂ ਹਾਂ ਹਰਜੋਤ ਕੌਰ, ਤੁਸੀਂ ਵੇਖ ਰਹੇ ਹੋ ਤੁਹਾਡਾ ਆਪਣਾ ਮਨਪਸੰਦ ਇਮੀਗ੍ਰੇਸ਼ਨ ਸ਼ੋ ਉਡਾਰੀ ਵਿਦੇਸ਼ਾਂ ਨੂੰ। ਤੇ ਅੱਜ ਯੂਐਸਏ ਨੂੰ ਲੈ ਕੇ ਇੱਕ ਪੁਆਇੰਟ ਤੁਹਾਡੇ ਨਾਲ ਕਲੀਅਰ ਕਰਨ ਜਾ ਰਹੇ ਨੇ ਸਾਡੇ ਸ਼ੋ ਦੇ ਜ਼ਰੀਏ ਬੈਂਚਮਾਰਕ ਐਬਰੋਡ ਤੋਂ ਵੀਜ਼ਾ ਐਕਸਪਰਟ ਮਿਸਟਰ ਪਰਮਪ੍ਰੀਤ ਸਿੰਘ ਭਾਟੀਆ ਸਾਡੇ ਨਾਲ ਨੇ। ਬਹੁਤ ਬਹੁਤ ਸਵਾਗਤ ਹੈ ਸਰ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਰ ਤੁਹਾਨੂੰ ਦੱਸ ਦਈਏ ਕਿ 2003 ਤੋਂ ਯਾਨੀ 20 ਸਾਲਾਂ ਤੋਂ ਤਕਰੀਬਨ ਜੋ ਹੈ ਬੈਂਚਮਾਰਕ ਐਬਰੋਡ ਵੱਲੋਂ ਸਟੂਡੈਂਟਸ ਨੂੰ ਸਹੀ ਰਾਹ ਦਿਖਾਇਆ ਜਾ ਰਿਹਾ ਹੈ, ਸਹੀ ਗਾਈਡੈਂਸ ਦਿੱਤੀ ਜਾ ਰਹੀ ਹੈ ਤਾਂ ਕਿ ਸਟੂਡੈਂਟਸ ਜੈਨੂਇਨ ਵੇ ਦੇ ਨਾਲ ਅਪਲਾਈ ਕਰਦੇ ਹੋਏ ਆਪਣੀ ਮੰਜ਼ਿਲ ਤੇ ਪਹੁੰਚ ਸਕਣ। ਸੋ ਅੱਜ ਸਰ ਆਪਾਂ ਯੂਐਸਏ ਬਾਰੇ ਗੱਲ ਕਰਨੀ ਹੈ। ਇੱਕ ਚੰਗੀ ਆਪਸ਼ਨ ਮੰਨੀ ਜਾਂਦੀ ਹੈ ਪਰ ਰੁਝਾਨ ਯੂਐਸਏ ਵੱਲ ਬੜਾ ਘੱਟ ਦੇਖਿਆ ਜਾਂਦਾ ਹੈ। ਸਭ ਤੋਂ ਪਹਿਲਾਂ ਮੈਂ ਜ਼ਰੂਰ ਤੁਹਾਡੇ ਤੋਂ ਹੀ ਜਾਣਨਾ ਚਾਹੂੰਗੀ ਕਿਸ ਤਰ੍ਹਾਂ ਦੇ ਸਟੂਡੈਂਟਸ ਨੂੰ, ਕਿਸ ਤਰ੍ਹਾਂ ਦੀ ਪ੍ਰੋਫਾਈਲਸ ਨੂੰ ਤੁਸੀਂ ਕਹਿਣਾ ਚਾਹੋਗੇ ਕਿ ਯੂਐਸਏ ਉਹਨਾਂ ਲਈ ਬੈਸਟ ਆਪਸ਼ਨ ਹੈ। ਦੇਖੋ ਹਰਜੋਤ ਜੀ, ਯੂਐਸਏ ਅਸੀਂ ਬਹੁਤ ਸਾਲਾਂ ਤੋਂ ਪ੍ਰਮੋਟ ਕਰ ਰਹੇ ਹਾਂ। ਤੁਸੀਂ ਜਿਵੇਂ ਕਿ ਗੱਲ ਕੀਤੀ ਕਿ 2003 ਤੋਂ ਜਦੋਂ ਤੋਂ ਅਸੀਂ ਇਮੀਗ੍ਰੇਸ਼ਨ ਦਾ ਸਫ਼ਰ ਸ਼ੁਰੂ ਕੀਤਾ ਉਦੋਂ ਤੋਂ ਹੀ ਇਹ ਯੂਐਸਏ ਪ੍ਰਮੋਟ ਕਰ ਰਹੇ ਹਾਂ। ਬਹੁਤ ਸਾਰੇ ਕੰਸਲਟੈਂਟਸ ਨੇ ਹੁਣ ਪ੍ਰਮੋਟ ਕਰਨਾ ਸ਼ੁਰੂ ਕੀਤਾ। ਜੇ ਅਸੀਂ ਗੱਲ ਕਰੀਏ ਤਕਰੀਬਨ 1.5-2 ਸਾਲ ਤੋਂ ਕਾਫੀ ਸਾਰੇ ਕੰਸਲਟੈਂਟਸ ਬਹੁਤ ਵੱਡੇ ਦਾਅਵੇ ਕਰ ਰਹੇ ਨੇ ਕਿ ਅਸੀਂ ਯੂਐਸਏ ਪ੍ਰਮੋਟ ਕਰਨਾ ਸ਼ੁਰੂ ਕਰਤਾ ਜੀ, ਵੀਜ਼ੇ ਆ ਰਹੇ ਨੇ। ਨੋ ਡਾਊਟ ਕਿ ਸਾਰਿਆਂ ਦੇ ਵੀਜ਼ੇ ਆ ਰਹੇ ਆ, ਪਰ ਜਿੱਥੇ ਨੰਬਰ ਦੀ ਗੱਲ ਕਰੀਏ ਉੱਥੇ ਬੈਂਚਮਾਰਕ ਅਬਰੋਡ ਦਾ ਨੰਬਰ ਕੋਈ ਵੀ ਕੰਸਲਟੈਂਟ ਬੀਟ ਨਹੀਂ ਕਰ ਸਕਦਾ। ਸੋ ਹੁਣ ਤੁਸੀਂ ਪੁੱਛ ਰਹੇ ਸੀਗੇ ਕਿ ਯੂਐਸਏ 'ਚ ਕਿੱਦਾਂ ਦਾ ਸਟੂਡੈਂਟ ਅਪਲਾਈ ਕਰ ਸਕਦਾ ਆ। ਯੂਐਸਏ ਵਾਸਤੇ ਜੇ ਅਸੀਂ ਅਸਲੀ ਗੱਲ ਕਹੀਏ ਤਾਂ ਕਿਸੇ ਵੀ ਬੱਚੇ ਨੂੰ ਅਸੀਂ ਨਾ ਨਹੀਂ ਕਰਦੇ ਅਗਰ ਸਾਡੇ ਆਫਿਸ 'ਚ ਕੋਈ ਆਂਦਾ, ਸਿਰਫ ਉਹ ਇੰਗਲਿਸ਼ ਬੋਲ ਸਕਦਾ ਹੋਵੇ, ਕਿਉਂਕਿ ਇੱਕ ਆਸਾਨ ਜੀ ਇੰਟਰਵਿਊ ਜਿਹਦੇ ਲਈ ਸਾਡੀ ਟ੍ਰੇਨਿੰਗ ਟੀਮ ਜਿਹੜੀ ਹੈ ਉਹ ਤਿਆਰ ਕਰਦੀ ਹੈ ਬੱਚੇ ਨੂੰ। ਅਸੀਂ ਪ੍ਰੋਫੈਸ਼ਨਲ ਟ੍ਰੇਨਰਸ ਰੱਖੇ ਹੋਏ ਆ ਜਿਹੜੇ ਬੱਚਿਆਂ ਦਾ ਕੌਨਫੀਡੈਂਸ ਵਧਾਉਂਦੇ ਆ ਤਾਂ ਕਿ ਬੱਚਾ ਆਪਣੀ ਜਿਹੜੀ ਇੰਟਰਵਿਊ ਹੈ ਉਹ ਅਚੀਵ ਕਰਕੇ ਵੀਜ਼ਾ ਲੈ ਸਕੇ। ਠੀਕ ਹੈ, ਸੋ ਕਿਸੇ ਨੂੰ ਵੀ ਨਾ ਨਹੀਂ ਹੈਗੀ, ਚਾਹੇ ਐਕੈਡੈਮਿਕ ਸਕੋਰ ਘੱਟ ਨੇ, ਚਾਹੇ ਗੈਪ ਵੱਧ ਚੁੱਕਾ ਆ, ਚਾਹੇ ਆਈਲੈਟਸ ਨਹੀਂ ਕਰ ਪਾਏ, ਚਾਹੇ ਕਿਸੇ ਕੰਟਰੀ ਤੋਂ ਰਿਫਿਊਜ਼ ਹੋ ਚੁੱਕੇ ਹੋ, ਯੂਐਸਏ ਸਾਰਿਆਂ ਨੂੰ ਵੈਲਕਮ ਕਰਦਾ ਜੀ। ਬਿਲਕੁਲ। ਸੋ ਯੂਐਸਏ ਇੱਕ ਚੰਗੀ ਆਪਸ਼ਨ। ਸਿਰਫ ਸਟੂਡੈਂਟਸ ਜਿਹੜੇ ਹੈ ਇੰਟਰਵਿਊ ਤੋਂ ਜ਼ਰੂਰ ਘਬਰਾਉਂਦੇ ਨੇ ਤੇ ਬੈਂਚਮਾਰਕ ਐਬਰੋਡ ਵੱਲੋਂ ਸਟੂਡੈਂਟਸ ਨੂੰ ਇੰਟਰਵਿਊ ਲਈ ਵੀ ਪੂਰੀ ਤਰ੍ਹਾਂ ਨਾਲ ਪ੍ਰਪੇਅਰ ਕੀਤਾ ਜਾਂਦਾ ਤਾਂ ਕਿ ਸਟੂਡੈਂਟਸ ਨੂੰ ਕਿਤੇ ਵੀ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਿਲ ਨਾ ਆਵੇ। ਬਾਕੀ ਮੈਂ ਨਾਲ ਜ਼ਰੂਰ ਕਹਿ ਦਾਂ, ਤੁਹਾਡਾ ਕੋਈ ਡਾਊਟ ਹੈ, ਤੁਹਾਡਾ ਆਪਣਾ ਕੋਈ ਸਵਾਲ ਹੋਵੇ, ਲਗਾਤਾਰ ਨੰਬਰ ਜਿਹੜਾ ਡਿਸਪਲੇ ਹੈ ਬੈਂਚਮਾਰਕ ਐਬਰੋਡ ਦਾ, ਇਸ ਉੱਪਰ ਤੁਸੀਂ ਕਾਲ ਕਰਕੇ ਵੀ ਹੋਰ ਜਾਣਕਾਰੀ ਜ਼ਰੂਰ ਲੈ ਸਕਦੇ ਹੋ। ਜੇਕਰ ਤੁਸੀਂ ਇਹਨਾਂ ਦੇ ਆਫਿਸ ਵਿਜ਼ਿਟ ਕਰਨਾ ਚਾਹੋ ਤਾਂ ਜਲੰਧਰ ਅਤੇ ਚੰਡੀਗੜ੍ਹ ਵਿੱਚ ਇਹਨਾਂ ਦੇ ਆਫਿਸ ਨੇ। ਸਕਰੋਲ ਦੇ ਵਿੱਚ ਜੋ ਹੈ ਐਡਰੈਸ ਡਿਟੇਲ ਵੀ ਚੱਲ ਰਹੀਆਂ ਨੇ, ਜਿੱਥੇ ਤੁਹਾਨੂੰ ਨੇੜੇ ਲੱਗੇ ਆਪਣੇ ਡਾਕੂਮੈਂਟਸ ਜ਼ਰੂਰ ਲੈ ਕੇ ਆਓ। ਅਸੈਸਮੈਂਟ ਕਰਵਾਉਣੀ ਬਹੁਤ ਜ਼ਿਆਦਾ ਜ਼ਰੂਰੀ ਹੁੰਦੀ ਹੈ। ਅਸੀਂ ਹਰ ਵਾਰੀ ਸ਼ੋਅ ਦੇ ਵਿੱਚ ਇਸ ਲਈ ਕਹਿੰਦੇ ਆ ਕਿਉਂਕਿ ਕਈ ਵਾਰੀ ਸਟੂਡੈਂਟਸ ਨੂੰ ਪਤਾ ਹੀ ਨਹੀਂ ਹੁੰਦਾ ਐਲੀਜੀਬਲ ਕਿੱਥੇ ਨੇ, ਅਪਲਾਈ ਕਿਤੇ ਹੋਰ ਕਰਨ ਦੀ ਮਨ ਬਣਾ ਲੈਂਦੇ ਨੇ। ਸੋ ਅਸੈਸਮੈਂਟ ਕਰਵਾ ਕੇ ਸਹੀ ਰਾਹ ਤੇ ਅੱਗੇ ਚਲੋ। ਆਪਾਂ ਗੱਲ ਜਿਵੇਂ ਯੂਐਸਏ ਦੀ ਕਰ ਰਹੇ ਹਾਂ, ਤੁਸੀਂ ਕਿਹਾ ਕਿ ਇੰਟਰਵਿਊ ਦੇ ਲਈ ਬਹੁਤ ਚੰਗੇ ਤਰੀਕੇ ਨਾਲ, ਚੰਗੇ ਢੰਗ ਨਾਲ ਪ੍ਰਪੇਅਰ ਕੀਤਾ ਜਾਂਦਾ। ਸਭ ਤੋਂ ਜ਼ਿਆਦਾ ਸਟੂਡੈਂਟ ਡਰਦੇ ਵੀ ਇੰਟਰਵਿਊ ਤੋਂ ਹੀ ਨੇ। ਇੰਟਰਵਿਊ ਤੋਂ ਡਰਦੇ ਨੇ। ਇੰਟਰਵਿਊ ਨੂੰ ਇੱਕ ਹਊਆ ਬਣਾਇਆ ਹੋਇਆ ਯੂਐਸਏ ਦੀ। ਇੰਟਰਵਿਊ ਇੱਕ ਹਊਆ ਨਹੀਂ ਹੈ, ਇੱਕ ਬੜੀ ਆਸਾਨ ਜੀ ਤੁਹਾਡਾ ਇੱਕ ਜਿਹੜਾ ਕੌਨਫੀਡੈਂਸ ਹੈ ਉਹਨੂੰ ਬੂਸਟ ਕਰਨਾ ਹੁੰਦਾ। ਬੇਸਿਕਲੀ ਹਰਜੋਤ ਜੀ, ਜਿਹੜੀ ਗੱਲ ਕਰੀਏ ਸਾਡੇ ਪੰਜਾਬ ਦੇ ਬੱਚਿਆਂ, ਹਰਿਆਣੇ ਦੇ ਬੱਚੇ ਜਿਹੜੇ ਜ਼ਿਆਦਾ ਸਾਡੇ ਕੋਲ ਆਉਂਦੇ ਨੇ, ਉਹਨਾਂ ਦੇ ਵਿੱਚ ਇੱਕ ਝਾਕਾ ਹੁੰਦਾ ਅੰਗਰੇਜ਼ੀ ਬੋਲਣ ਦਾ, ਉਹ ਵੀ ਬਗਾਨੇ ਬੰਦੇ ਦੇ ਅੱਗੇ। ਤੇ ਇੱਕ ਬਗਾਨੇ ਬੰਦੇ ਦੇ ਅੱਗੇ ਅੰਗਰੇਜ਼ੀ ਬੋਲਣੀ, ਉਹਦੇ ਤੇ ਅਸੀਂ ਪੂਰੀ ਪ੍ਰੈਕਟਿਸ ਕਰਵਾਉਂਦੇ ਹਾਂ, ਈਵਨ ਮੌਕ ਇੰਟਰਵਿਊਜ਼ ਕਰਵਾਉਂਦੇ ਹਾਂ। ਕਾਫੀ ਐਕਸਪਰਟਸ ਅਸੀਂ ਇੰਡਸਟਰੀ ਦੇ ਬੁਲਾਉਂਦੇ ਹਾਂ। ਠੀਕ ਹੈ, ਸਾਡੇ ਪੈਨਲ ਤੇ ਕਾਫੀ ਐਕਸਪਰਟਸ ਨੇ ਜਿਹੜੇ ਮੌਕ ਇੰਟਰਵਿਊਜ਼ ਲੈਂਦੇ ਨੇ ਤਾਂ ਕਿ ਬੱਚਿਆਂ ਨੂੰ ਜਿਹੜਾ ਝਾਕਾ ਆ ਉਹ ਤੋੜਿਆ ਜਾ ਸਕੇ ਤੇ ਉਹ ਈਜ਼ੀਲੀ ਇੰਟਰਵਿਊ ਦੇ ਕੇ ਆਪਣਾ ਵੀਜ਼ਾ ਪ੍ਰਾਪਤ ਕਰ ਸਕਣ। ਜੀ ਠੀਕ ਹੈ, ਚਲੋ ਇਹ ਸਭ ਤੋਂ ਪਹਿਲਾ ਪੁਆਇੰਟ ਬਹੁਤ ਜ਼ਰੂਰੀ ਪੁਆਇੰਟ ਹੈ ਕਿਉਂਕਿ ਯੂਐਸਏ ਨਾਲ ਇੰਟਰਵਿਊ ਜੋੜਿਆ ਜਾਂਦਾ ਔਰ ਇੰਟਰਵਿਊ ਤੋਂ ਸੁਣ ਕੇ ਹੀ ਸਟੂਡੈਂਟ ਜੋ ਹੈ ਘਬਰਾ ਜਾਂਦਾ। ਸੋ ਬੈਂਚਮਾਰਕ ਐਬਰੋਡ ਕੋਲ ਆਉਂਦੇ ਹੋ ਤਾਂ ਤੁਹਾਨੂੰ ਘਬਰਾਉਣ ਦੀ, ਇੰਟਰਵਿਊ ਨੂੰ ਲੈ ਕੇ ਵੀ ਘਬਰਾਉਣ ਦੀ ਜ਼ਰੂਰਤ ਨਹੀਂ ਹੈ, ਪੂਰੀ ਤਿਆਰੀ ਤੁਹਾਡੀ ਕਰਵਾਈ ਜਾਂਦੀ ਹੈ। ਚਲੋ ਹੁਣ ਆਪਾਂ ਪ੍ਰੋਫਾਈਲ ਤੇ ਆ ਜਾਂਦੇ ਹਾਂ। ਜਿਵੇਂ ਆਪਾਂ ਦੇਖਦੇ ਹਾਂ ਗੈਪ, ਕਿੰਨਾ ਮੈਕਸਿਮਮ ਗੈਪ ਤੁਸੀਂ ਐਕਸੈਪਟੇਬਲ ਮੰਨਦੇ ਹੋ। ਆਇਲਸ ਦੀ ਅਗਰ ਆਪਾਂ ਗੱਲ ਕਰ ਲਈਏ, ਵਿਦਆਊਟ ਆਇਲਸ ਆਪਸ਼ਨਸ ਨੂੰ ਲੈ ਕੇ, ਜਾਂ ਅਕੈਡਮਿਕ ਸਕੋਰਸ ਦੀ ਆਪਾਂ ਗੱਲ ਕਰ ਲਈਏ, ਓਵਰਆਲ ਚੰਗੀ ਪ੍ਰੋਫਾਈਲ ਕਿਸ ਨੂੰ ਕਹਿੰਦੇ ਹੋ ਤੁਸੀਂ? ਦੇਖੋ, ਚੰਗੀ ਪ੍ਰੋਫਾਈਲ ਹਮੇਸ਼ਾ ਉਹੀ ਮੰਨੀ ਜਾਂਦੀ ਹੈ ਜਿਸ 'ਚ ਬੱਚੇ ਨੇ ਆਇਲਟਸ ਵੀ ਕੀਤਾ ਹੋਇਆ, ਕਿਉਂਕਿ ਉਹਦੇ ਬੇਸ ਦੇ ਉੱਪਰ ਅੱਛੀ ਯੂਨੀਵਰਸਿਟੀਜ਼ ਮਿਲ ਜਾਂਦੀਆਂ ਨੇ। ਅਗਰ ਆਇਲਟਸ ਨਹੀਂ ਕੀਤਾ ਹੋਇਆ, ਡੁਲਿੰਗੋ ਦਾ ਟੈਸਟ ਜਾਂ ਪੀਟੀ ਦਾ ਟੈਸਟ ਦੇ ਕੇ ਵੀ ਬੱਚੇ ਚੰਗੀ ਯੂਨੀਵਰਸਿਟੀ ਪ੍ਰਾਪਤ ਕਰ ਸਕਦੇ ਆ। ਅਗਰ ਉਹ ਨਹੀਂ ਵੀ ਕਰਨਾ ਚਾਹੁੰਦੇ ਤਾਂ ਵੀ ਸਾਡੇ ਕੋਲ ਕੁਝ ਯੂਨੀਵਰਸਿਟੀਜ਼ ਉਪਲਬਧ ਨੇ, ਚੰਗੀਆਂ ਯੂਨੀਵਰਸਿਟੀਜ਼, ਜਿੱਥੇ ਅਸੀਂ ਬਿਨਾਂ ਆਇਲਟਸ ਜਾਂ ਬਿਨਾਂ ਡੁਲਿੰਗੋ ਪੀਟੀ ਦੇ ਟੈਸਟ 'ਤੇ ਵੀ ਐਡਮਿਸ਼ਨ ਕਰਵਾ ਸਕਦੇ ਹਾਂ। ਪਰ ਜਿਹੜੀ ਗੱਲ ਫਿਰ ਉਹੀ ਆ ਗਈ ਕਿ ਇੰਟਰਵਿਊ ਤਾਂ ਦੇਣੀ ਹੀ ਪੈਣੀ ਹੈ, ਉਹਦੀ ਤਿਆਰੀ ਬੱਚੇ ਨੂੰ ਕਰਨੀ ਹੀ ਪੈਣੀ ਹੈ। ਸੋ ਐਕੈਡੈਮਿਕ ਸਕੋਰ ਲੋ ਨੇ, ਆਇਲਟਸ ਨਹੀਂ ਕਰ ਪਾਏ, ਇਹ ਕੋਈ ਵੱਡੀ ਗੱਲ ਨਹੀਂ ਹੈਗੀ। ਕਈ ਵਾਰੀ ਬੱਚਿਆਂ ਨੇ ਆਇਲਟਸ ਕੀਤਾ ਹੁੰਦਾ ਆ ਬਟ ਰਿਫਿਊਜ਼ਲਸ ਦਾ ਦੌਰ ਚੱਲ ਪੈਂਦਾ ਆ। 2-3 ਵਾਰੀ ਕੈਨੇਡਾ ਤੋਂ ਰਿਫਿਊਜ਼ ਹੋ ਗਿਆ, ਆਸਟ੍ਰੇਲੀਆ ਫਾਈਲ ਲਾਤੀ, ਕਿਸੇ ਕੰਸਲਟੈਂਟ ਨੇ ਗੁੰਮਰਾਹ ਕਰਤਾ, ਕਿਤੇ ਹੋਰ ਫਾਈਲ ਲਾਤੀ, ਉਹ ਆਇਲਟਸ ਐਕਸਪਾਇਰ ਹੋ ਗਿਆ। ਬੱਚਿਆਂ ਦੇ ਵਿੱਚ ਫਿਰ ਇਹ ਮਨੋਬਲ ਨਹੀਂ ਬਣਦਾ ਕਿ ਅਸੀਂ ਆਇਲਟਸ ਦੁਬਾਰਾ ਰਿਪੀਟ ਕਰ ਲਈਏ। ਸੋ ਉਹ ਇੱਕ ਆਸਾਨ ਜਿਹਾ ਡੁਲਿੰਗੋ ਦਾ ਟੈਸਟ ਦੇ ਕੇ ਵੀ ਸਾਨੂੰ ਕਾਫੀ ਯੂਨੀਵਰਸਿਟੀਜ਼ ਜਿਹੜੀਆਂ ਉਹ
ਐਡਮਿਸ਼ਨ ਵੀ ਦਿੰਦੀਆਂ ਤੇ ਨਾਲ ਦੇ ਨਾਲ ਸਕਾਲਰਸ਼ਿਪਸ ਵੀ ਪ੍ਰੋਵਾਈਡ ਕਰਦੀਆਂ। ਜੀ ਠੀਕ ਹੈ, ਬਿਲਕੁਲ। ਤੇ ਜਿੱਥੇ ਆਪਾਂ ਅੱਜ ਕੱਲ ਦੇਖ ਰਹੇ ਹਾਂ ਬਾਕੀ ਹੋਰ ਕੰਟਰੀਜ਼ ਦੀ ਗੱਲ ਕਰ ਲਈਏ, ਸਪਾਊਸ ਵੀਜ਼ਾ ਨੂੰ ਲੈ ਕੇ ਕਾਫੀ ਸਟ੍ਰਿਕਟ ਨਜ਼ਰ ਆਉਂਦੀ ਹੈ, ਤੇ ਇੱਥੇ ਜਦੋਂ ਆਪਾਂ US ਨੂੰ ਦੇਖੀਏ ਤਾਂ ਸਪਾਊਸ ਵੀਜ਼ਾ ਨੂੰ ਅਗਰ ਜਿਵੇਂ ਕਿਸੇ ਨੇ ਆਪਣੇ ਡਿਪੈਂਡੈਂਟ ਨੂੰ ਨਾਲ ਲੈ ਕੇ ਜਾਣਾ, ਬੱਚਿਆਂ ਨੂੰ ਨਾਲ ਲੈ ਕੇ ਜਾਣਾ, ਕਿੰਨਾ ਕੁ ਸੌਖਾ ਪ੍ਰੋਸੈਸ ਮੰਨੀਏ USA ਦਾ? ਦੇਖੋ, ਅਗਰ ਤਾਂ ਜੈਨੂਅਨ ਮੈਰਿਜ ਹੈਗੀ ਹੈ, ਹਾਂਜੀ। ਜੈਨੂਅਨ ਮੈਰਿਜ ਮਤਲਬ ਕਿ ਅਗਰ ਤੁਸੀਂ ਕੰਟਰੈਕਚੁਅਲ ਮੈਰਿਜ ਨਹੀਂ ਕੀਤੀ, ਤੁਸੀਂ ਵੈਰੀਫਾਈਬਲ ਮੈਰਿਜ ਹੈ ਤੇ F2 ਵੀਜ਼ਾ ਲੈਣਾ, ਕਿਉਂਕਿ ਜਿਹੜਾ F1 ਕੈਟੇਗਰੀ ਹੁੰਦੀ ਹੈ ਮੇਨ ਐਪਲੀਕੈਂਟ ਵਾਸਤੇ 5 ਸਾਲ ਦਾ ਵੀਜ਼ਾ ਮਿਲਦਾ, F2 ਨੂੰ ਵੀ 5 ਸਾਲ ਦਾ ਹੀ ਵੀਜ਼ਾ ਮਿਲਦਾ ਆ। ਕਾਫੀ ਸਾਰੇ ਕੰਸਲਟੈਂਟ ਇਸ ਟਾਈਮ ਪ੍ਰਮੋਟ ਕਰ ਰਹੇ ਵੀ ਇਕੱਠਾ F1 F2 ਅਪੀਅਰ ਕਰਾ ਦਾਂਗੇ ਐਮਬੈਸੀ ਦੇ ਵਿੱਚ, ਪਰ ਅਸੀਂ ਬੈਂਚਮਾਰਕ ਵਾਲੀ ਟੀਮ ਜਿਹੜੀ ਹੈ ਉਹ ਇਹ ਚੀਜ਼ਾਂ ਨੂੰ ਪ੍ਰਮੋਟ ਨਹੀਂ ਕਰਦੇ। ਅਸੀਂ ਪ੍ਰਮੋਟ ਕਰਦੇ ਹਾਂ ਕਿ ਅਗਰ ਤੁਸੀਂ F1 ਤੇ ਜਾਂਦੇ ਹੋ, ਤੁਹਾਡਾ ਸਪਾਊਸ F1 ਤੇ ਜਾਂਦਾ, F2 ਅਸੀਂ ਇੱਕ ਸਮੈਸਟਰ ਬਾਅਦ F2 ਤੇ ਅਪੀਅਰ ਕਰਵਾ ਸਕਦੇ ਹਾਂ ਤੁਹਾਡੇ ਸਪਾਊਸ ਨੂੰ ਤੇ ਬੱਚਿਆਂ ਨੂੰ। ਸੋ ਉਹਦੇ ਵਿੱਚ ਜਿਹੜਾ ਸਕਸੈਸ ਰੇਟ ਹੈ ਉਹ ਕਾਫੀ ਅੱਛਾ ਦੇਖਣ ਨੂੰ ਮਿਲਿਆ। ਸਪਾਊਸ ਨੂੰ ਅੰਗਰੇਜ਼ੀ ਦੇ ਵਿੱਚ ਇੰਟਰਵਿਊ ਦੀ ਤਿਆਰੀ ਕਰਨ ਦੀ ਲੋੜ ਨਹੀਂ, ਉਹ ਪੰਜਾਬੀ ਹਿੰਦੀ 'ਚ ਵੀ ਇੰਟਰਵਿਊ ਦੇ ਸਕਦਾ, ਪਰ ਹਾਲੇ ਸਲੋਟਸ ਨਾ ਅਵੇਲੇਬਲ ਹੋਣ ਕਰਕੇ ਸਿਰਫ ਇੰਗਲਿਸ਼ 'ਚ ਇੰਟਰਵਿਊ ਹੋ ਰਹੀ ਹੈ। ਸੋ ਆਉਣ ਵਾਲੇ ਕੁਝ ਮਹੀਨਿਆਂ ਦੇ ਵਿੱਚ ਅਸੀਂ ਦੇਖ ਸਕਦੇ ਹਾਂ ਕਿ ਦੁਬਾਰਾ ਜਿੱਦਾਂ ਪਹਿਲਾਂ ਪ੍ਰਣਾਲੀ ਚੱਲਦੀ ਸੀਗੀ ਪੰਜਾਬੀ ਹਿੰਦੀ ਦੇ ਇੰਟਰਵਿਊ ਸਲੋਟਸ ਦੀ, ਉੱਦਾਂ ਹੀ ਚੱਲਣੀ ਸ਼ੁਰੂ ਹੋ ਜਾਏਗੀ ਤੇ ਬਹੁਤ ਸੌਖਾ ਹੋ ਜਾਏਗਾ। ਜੀ ਠੀਕ ਹੈ। ਸੋ ਬਿਲਕੁਲ, ਬਾਕੀ ਮੈਂ ਜ਼ਰੂਰ ਨਾਲ ਨਾਲ ਹੀ ਦਰਸ਼ਕਾਂ ਨੂੰ ਕਹਿਣਾ ਚਾਹੂੰਗੀ, ਮਨ ਵਿੱਚ ਕੋਈ ਵੀ ਡਾਊਟ ਆਉਂਦਾ, ਕੋਈ ਵੀ ਸਵਾਲ ਹੈ, ਤੁਸੀਂ ਵੀ ਚਾਹੁੰਦੇ ਹੋ, ਤੁਸੀਂ ਆਪਣੇ ਸਪਾਊਸ ਨਾਲ ਜਾਂ ਬੱਚਿਆਂ ਨਾਲ ਅਪਲਾਈ ਕਰਨ ਬਾਰੇ ਸੋਚ ਰਹੇ ਹੋ, ਹਲੇ ਸਹੀ ਪ੍ਰੋਸੈਸ ਦਾ ਸਮਝ ਨਹੀਂ ਆ ਰਿਹਾ, ਤਾਂ ਜ਼ਰੂਰ ਇਸ ਨੰਬਰ ਤੇ ਤੁਸੀਂ ਕਾਲ ਕਰਕੇ ਹੋਰ ਜਾਣਕਾਰੀ ਲੈ ਸਕਦੇ ਹੋ, ਤਾਂ ਕਿ ਟਾਈਮਲੀ ਤੁਹਾਡੇ ਸਾਰੇ ਡਾਊਟ ਕਲੀਅਰ ਹੋਣ, ਸਹੀ ਰਸਤਾ ਤੁਹਾਨੂੰ ਪਤਾ ਚੱਲੇ ਤੇ ਤੁਸੀਂ ਅੱਗੇ ਵਧਦੇ ਹੋਏ ਆਪਣਾ ਸਟੱਡੀ ਵੀਜ਼ਾ ਹਾਸਲ ਕਰ ਸਕੋ। ਜਿੱਥੇ ਹੁਣ ਆਪਾਂ ਗੱਲ ਚਲੋ ਸਟੱਡੀਜ਼ ਦੀ ਕਰ ਰਹੇ ਹਾਂ, ਕਿੰਨੀ ਡਿਊਰੇਸ਼ਨ ਦੀ ਸਟੱਡੀਜ਼ ਇੱਥੇ ਜ਼ਰੂਰੀ ਹੈ? ਡਿਪਲੋਮਾ, ਡਿਗਰੀ, ਉਹ ਵੀ ਜ਼ਰੂਰ ਗਾਈਡ ਕਰੋ। ਬਹੁਤ ਅੱਛਾ ਤੁਸੀਂ ਕੁਐਸਚਨ ਇੱਕ ਪੁੱਛਿਆ ਹਰਜੋਤ ਜੀ। ਨਾਰਮਲੀ ਬੱਚਿਆਂ ਦੇ ਮਨਾਂ ਦੇ ਵਿੱਚ ਸਿਰਫ 2 ਸਾਲ ਦੀ ਪੜ੍ਹਾਈ ਬੈਠੀ ਹੋਈ ਹੈ ਕੈਨੇਡਾ ਨੂੰ ਲੈ ਕੇ, ਡਿਪਲੋਮੇ ਨੂੰ ਲੈ ਕੇ, ਕਿ 2 ਸਾਲ ਦੀ ਅਸੀਂ ਪੜ੍ਹਾਈ ਕਰਾਂਗੇ 3 ਸਾਲ ਦਾ ਵਰਕ ਪਰਮਿਟ ਮਿਲੇਗਾ, ਫਿਰ PR ਹੋ ਜਾਏਗੀ। ਇੱਥੇ ਮੈਂ ਇਹ ਬੜਾ ਕਲੀਅਰ ਕਰਨਾ ਚਾਹੁੰਦਾ ਹਾਂ ਕਿ ਇੰਟਰਨੈਸ਼ਨਲ ਸਟੂਡੈਂਟ ਨੂੰ ਦੇਖਿਆ ਜਾਂਦਾ, ਜਿਹੜਾ ਵੀਜ਼ਾ ਆਫਿਸਰ ਹੈ ਉਹ ਇਹ ਦੇਖਦਾ ਕਿ ਘੱਟੋ ਘੱਟ ਬੱਚਾ ਬੈਚਲਰਸ ਕਰਨ ਆ ਰਿਹਾ ਜਾਂ ਮਾਸਟਰਸ ਕਰਨ ਆ ਰਿਹਾ। ਜਿਹੜੀ ਬੈਚਲਰਸ ਹੈ ਉੱਥੇ ਉਹ 4 ਸਾਲ ਦੀ ਪੜ੍ਹਾਈ ਹੈ, ਜਿਹੜੀ ਮਾਸਟਰਸ ਹੈ ਉਹ 2 ਸਾਲ ਦੀ ਪੜ੍ਹਾਈ ਹੈ। ਬਹੁਤ ਸਾਰੇ ਕੰਸਲਟੈਂਟਸ 2 ਸਾਲ ਦੀ ਐਸੋਸੀਏਟ ਡਿਗਰੀ ਪ੍ਰਮੋਟ ਕਰ ਰਹੇ ਨੇ, ਉਹ ਕਾਲਜਸ ਦੀਆਂ I-20 ਬੱਚਿਆਂ ਨੂੰ ਪ੍ਰੋਵਾਈਡ ਕਰਕੇ ਐਮਬੈਸੀ ਭੇਜ ਰਹੇ ਨੇ। ਤਾਂ ਇਹ ਸਭ ਤੋਂ ਵੱਡੀ ਵਜ੍ਹਾ ਹੈ ਰਿਫਿਊਜ਼ਲਸ ਦੀ। ਜਿਹੜਾ ਆਪਾਂ ਰਿਫਿਊਜ਼ਲ ਰੇਟ ਦੇਖਦੇ ਹਾਂ ਕਿ ਬਹੁਤ ਵੱਡਾ ਰਿਫਿਊਜ਼ਲ ਰੇਟ ਪੰਜਾਬ ਹਰਿਆਣੇ ਦਾ ਚੱਲ ਰਿਹਾ ਆ, ਅਮਰੀਕਾ ਨੂੰ ਲੈ ਕੇ ਬਹੁਤ ਘੱਟ ਵੀਜ਼ੇ ਆ ਦਿਖਾਉਣ ਨੂੰ ਨੇ। ਕਿਤੇ ਨਾ ਕਿਤੇ ਕੰਸਲਟੈਂਟਸ ਬੜਾ ਹੀ ਜੇ ਅਸੀਂ ਕਹੀਏ ਕਿ ਆਪਣੀ ਮਨਮਰਜ਼ੀ ਕਰ ਰਹੇ ਆ, ਬੱਚਿਆਂ ਨੂੰ ਤਾਂ ਸਿਰਫ ਅਮਰੀਕਾ ਦਾ ਨਾਮ ਸਮਝ ਆਉਂਦਾ ਆ, ਇਹ ਨਹੀਂ ਪਤਾ ਕਿ ਕਿਹੜੀ ਯੂਨੀਵਰਸਿਟੀ ਜਾਣਾ, ਕਿਹੜੇ ਕਾਲਜ ਜਾਣਾ। ਸੋ ਉਹ ਕਾਲਜਾਂ ਦੀ I-20 ਉਹਨਾਂ ਦੇ ਹੱਥ 'ਚ ਦੇ ਕੇ ਅੰਬੈਸੀ ਭੇਜਤਾ ਜਾਂਦਾ। ਵੀਜ਼ਾ ਆਫਿਸਰ ਦੇਖਦਾ ਵੀ ਇਹ ਤਾਂ ਸਿਰਫ ਅਮਰੀਕਾ ਜਾਣਾ ਚਾਹੁੰਦਾ ਹੈ, ਅਮਰੀਕਾ ਪੜ੍ਹਨ ਨਹੀਂ ਜਾਣਾ ਚਾਹੁੰਦਾ। ਸੋ ਉੱਥੇ ਰਿਫਿਊਜ਼ਲ ਆਉਂਦੀ ਹੈ। ਸੋ ਬਚੋ ਉਹਨਾਂ ਚੀਜ਼ਾਂ ਤੋਂ। 2 ਸਾਲ ਦੀ ਐਸੋਸੀਏਟ ਡਿਗਰੀ ਦੀ I-20 ਤੇ ਅੰਬੈਸੀ ਨਾ ਜਾਓ। ਘੱਟੋ ਘੱਟ ਬੈਚਲਰਸ ਦੀ I-20 ਅਗਰ ਤੁਸੀਂ +2 ਕੀਤੀ ਹੈ, ਮਾਸਟਰਸ ਵਾਸਤੇ ਅਗਰ ਤੁਸੀਂ ਬੈਚਲਰ ਕਰ ਚੁੱਕੇ ਹੋ ਤਾਂ ਜਾਓ, ਤੁਹਾਨੂੰ ਵੀਜ਼ੇ ਦਾ ਸਕਸੈਸ ਰੇਟ ਬਹੁਤ ਅੱਪਰ ਲੈਵਲ ਤੇ ਮਿਲੇਗਾ। ਚਲੋ ਠੀਕ ਹੈ, ਤੁਸੀਂ ਸਟੱਡੀਜ਼ ਨੂੰ ਲੈ ਕੇ ਤਾਂ ਕਲੀਅਰ ਕੀਤਾ ਹੀ ਹੈ। ਅਗਲਾ ਸਵਾਲ ਦੇਖੋ, ਸਟੂਡੈਂਟਸ ਦੇ ਮਨ ਵਿੱਚ ਇਹ ਵੀ ਰਹਿੰਦਾ ਕਿ ਅਸੀਂ ਕਾਲਜ ਜਾਈਏ ਜਾਂ ਯੂਨੀਵਰਸਿਟੀ ਜਾਈਏ, ਕਿੱਥੇ ਸਕਸੈਸ ਰੇਟ ਵਧੀਆ ਦੀ ਉਮੀਦ ਆਪਾਂ ਕਰ ਸਕਦੇ ਹਾਂ। ਜਦੋਂ ਆਪਾਂ ਗੱਲ USA ਦੀ ਕਰਦੇ ਹਾਂ, ਇੱਥੇ ਕੀ ਜ਼ਿਆਦਾ ਮੈਟਰ ਕਰਦਾ, ਕਾਲਜ ਦੀ ਐਡਮਿਸ਼ਨ ਜਾਂ ਯੂਨੀਵਰਸਿਟੀ ਦੀ ਐਡਮਿਸ਼ਨ? ਦੇਖੋ, ਮੈਂ ਜਿੱਦਾਂ ਪਹਿਲਾਂ ਗੱਲ ਕੀਤੀ, 2 ਸਾਲ ਦੇ ਪੜ੍ਹਾਈ ਵਾਸਤੇ ਕਾਲਜਸ ਉਹ ਅਵੇਲੇਬਲ ਨੇ, ਉਹ 2 ਸਾਲ ਦੀ ਜਿਹੜੀ ਐਸੋਸੀਏਟ ਡਿਗਰੀ ਉਹਦੇ ਵਾਸਤੇ, ਬਟ ਉਹਦੇ ਵਿੱਚ ਵੀਜ਼ਾ ਦਾ ਸਕਸੈਸ ਰੇਟ ਬਹੁਤ ਘੱਟ ਹੈ। ਸੋ ਕਿਉਂਕਿ ਵੀਜ਼ਾ ਆਫਿਸਰ ਦੇਖਦਾ ਕਿ ਇੰਟਰਨੈਸ਼ਨਲ ਸਟੂਡੈਂਟ ਘੱਟੋ ਘੱਟ ਬੈਚਲਰਸ ਕਰਨਾ ਆਵੇ। ਸੋ ਯੂਨੀਵਰਸਿਟੀਜ਼ ਜਿਹੜੀਆਂ ਨੇ ਉਹ ਸਾਡੇ ਕੋਲ ਬਿਨਾਂ IELTS ਦੇ ਵੀ ਉਪਲਬਧ ਨੇ, ਈਵਨ ਅਸੀਂ ਬਿਨਾਂ IELTS ਦੇ ਸਕਾਲਰਸ਼ਿਪਸ ਵੀ ਕਰਵਾ ਰਹੇ ਹਾਂ। ਸੋ ਅਗਰ ਤੁਸੀਂ USA ਦਾ ਸੋਚਿਆ ਹੈਗਾ ਤਾਂ ਐਮਬੈਸੀ ਜਾਣਾ ਹੈ ਤਾਂ ਘੱਟੋ ਘੱਟ ਬੈਚਲਰਸ ਦੀ I-20 ਲੈ ਕੇ ਜਾਓ। 4 ਸਾਲ ਦੀ ਡਿਗਰੀ ਹੁੰਦੀ ਹੈ। ਹਾਂ, ਉੱਥੇ ਜਾ ਕੇ ਤੁਸੀਂ ਉਹਨੂੰ 2 ਸਾਲ ਕਾਲਜ 'ਚ ਪੜ੍ਹ ਕੇ 2 ਸਾਲ ਬਾਅਦ 'ਚ ਯੂਨੀਵਰਸਿਟੀ ਪੜ੍ਹ ਕੇ ਇੱਦਾਂ ਵੀ ਕੰਪਲੀਟ ਕਰ ਸਕਦੇ ਹੋ, ਬਟ ਇਹ ਅਸੀਂ ਇੱਦਾਂ ਮਿਸਗਾਈਡ ਨਹੀਂ ਕਰਦੇ। ਸਾਡੇ ਕੋਲ ਯੂਨੀਵਰਸਿਟੀਜ਼ ਦੇ ਜਿੱਥੇ ਫੀਸ ਬੜੀ ਨੋਮੀਨਲ ਹੈਗੀ ਹੈ, ਜਿਹੜੀ ਕਾਲਜ ਦੇ ਮੁਤਾਬਕ ਅਸੀਂ ਗੱਲ ਕਰੀਏ ਕਿ ਜਿੰਨੀ ਕੁ ਕਾਲਜ ਦੀ ਹੈ ਉਨੀ ਕੁ ਯੂਨੀਵਰਸਿਟੀ ਦੀ ਹੈ। ਸੋ ਆਈ ਪ੍ਰੈਫਰ ਕਿ ਯੂਨੀਵਰਸਿਟੀ ਤੁਸੀਂ ਜਾ ਕੇ ਪੜ੍ਹਾਈ ਆਪਣੀ ਕਰੋ, ਐਂਡ ਉਹਦੇ ਤੁਹਾਡੇ ਅੱਗੇ ਜਿਹੜਾ ਫਿਊਚਰ ਹੈ ਉਹ ਬੜਾ ਸਿਕਿਉਰ ਰਹੇਗਾ, ਕਿਉਂਕਿ ਯੂਨੀਵਰਸਿਟੀ ਦੀਆਂ ਪਲੇਸਮੈਂਟਸ ਅੱਛੀਆਂ ਨੇ। ਤੁਹਾਨੂੰ ਕੱਲ੍ਹ ਨੂੰ ਆਪਣਾ ਵੀਜ਼ਾ ਕਨਵਰਟ ਕਰਾਉਣ ਦੇ ਵਿੱਚ ਟੂਵਰਡਸ ਲੇਮਨ ਲੈਂਗੁਏਜ ਅਸੀਂ ਵਰਕ ਪਰਮਿਟ ਕਹਿ ਦਈਏ, ਜਿੱਦਾਂ H-1B ਵਗੈਰਾ ਦੀ ਅਸੀਂ ਗੱਲ ਕਰੀਏ, ਬਟ ਡਿਟੇਲ 'ਚ ਹਲੇ ਇੱਥੇ ਗੱਲ ਨਹੀਂ ਅਸੀਂ ਕਰ ਸਕਦੇ। ਹਾਂ, ਉਹ ਬੜਾ ਸੁਖਾਲਾ ਰਹੇਗਾ ਜੇ ਤੁਸੀਂ ਬੈਚਲਰਸ ਵਾਸਤੇ ਜਾਂਦੇ ਹੋ ਜਾਂ ਮਾਸਟਰਸ ਵਾਸਤੇ ਜਾਂਦੇ ਹੋ। ਬਿਲਕੁਲ ਸਹੀ ਗੱਲ ਹੈ। ਸੋ ਅਸੀਂ ਹਮੇਸ਼ਾ ਹੀ ਸ਼ੋਅ ਦੇ ਜ਼ਰੀਏ ਇਹ ਮੈਸੇਜ ਤਾਂ ਸਟੂਡੈਂਟਸ ਨੂੰ ਜ਼ਰੂਰ ਦਿੰਦੇ ਹਾਂ ਕਿ ਸ਼ਾਰਟ ਟਰਮ ਨਹੀਂ, ਲੌਂਗ ਟਰਮ ਸੋਚਿਆ ਕਰੋ। ਕਈ ਵਾਰੀ ਅਸੀਂ ਦੇਖਦੇ ਹਾਂ ਸਟੂਡੈਂਟਸ ਜਾਂ ਪੇਰੈਂਟਸ ਦਾ ਵੀ ਕਿ ਇੱਕ ਵਾਰੀ ਬਸ ਪਹੁੰਚ ਜੇ ਪਰ ਘੱਟ ਖਰਚੇ ਵਿੱਚ ਹੀ ਹੋ ਜਾਏ, ਅਸੀਂ ਕੋਈ ਛੋਟਾ ਕੋਰਸ ਲੈ ਲੈਂਦੇ ਹਾਂ, ਡਿਪਲੋਮਾ ਲੈ ਲੈਂਦੇ ਹਾਂ, ਬਸ ਬੱਚੇ ਨੂੰ ਉੱਥੇ ਪਹੁੰਚਾਉਣਾ। ਸੋ ਇਹੋ ਜਿਹੀ ਮੈਂਟੈਲਿਟੀ ਨਹੀਂ ਹੋਣੀ ਚਾਹੀਦੀ। ਲੌਂਗ ਟਰਮ ਜਿਹੜੀ ਚੀਜ਼ਾਂ ਦਾ ਬੈਨੀਫਿਟ ਮਿਲਦਾ ਉੱਧਰ ਨੂੰ ਵਧਣਾ ਚਾਹੀਦਾ ਹੈ, ਔਰ ਨਾਲ ਦੀ ਨਾਲ ਸਟੂਡੈਂਟਸ ਨੂੰ ਜੈਨੂਅਨ ਵੇ ਦੇ ਨਾਲ ਜ਼ਰੂਰ ਅਪਲਾਈ
ਅਪਲਾਈ ਕਰਨਾ ਚਾਹੀਦਾ ਹੈ, ਕਿਉਂਕਿ ਅੱਜ ਕੱਲ੍ਹ ਅਸੀਂ ਬਹੁਤ ਸਾਰੇ ਕੇਸਿਸ ਦੇਖਦੇ ਹਾਂ ਜਿੱਥੇ ਸਿਰਫ ਆਪਾਂ ਗੱਲ USA ਦੀ ਨਹੀਂ ਕਰ ਰਹੇ, ਹੋਰ ਕੰਟਰੀਜ਼ ਵਿੱਚ ਵੀ ਜਦੋਂ ਸਟੂਡੈਂਟ ਅਪਲਾਈ ਕਰ ਰਹੇ ਨੇ ਤਾਂ ਫਰਾਡ ਡਾਕੂਮੈਂਟਸ ਦੇ ਕਰਕੇ ਨਤੀਜੇ ਨਿਕਲ ਰਹੇ ਨੇ ਕਿ ਕੰਟਰੀਜ਼ ਹੋਰ ਅੰਬੈਸੀ ਹੋ ਜਿਹੜੀਆਂ ਸਟ੍ਰਿਕਟ ਹੋ ਰਹੀਆਂ ਨੇ। ਚਲੋ ਆਪਾਂ ਗੱਲ, ਜਦੋਂ ਤੁਸੀਂ ਡਿਟੇਲ ਵੀ ਸਮਝਾਇਆ ਸਟੱਡੀਜ਼ ਨੂੰ ਲੈ ਕੇ, ਕਾਲਜ ਯੂਨੀਵਰਸਿਟੀ ਨੂੰ ਲੈ ਕੇ ਵੀ ਸਮਝਾਇਆ, ਫੀਸ ਸਟਰਕਚਰ, ਕਿਉਂਕਿ ਫਾਈਨੈਂਸ਼ੀਅਲੀ ਚੀਜ਼ਾਂ ਵੀ ਮੇਨਟੇਨ ਕਰਨੀਆਂ ਪੇਰੈਂਟਸ ਲਈ ਬਹੁਤ ਜ਼ਿਆਦਾ ਜ਼ਰੂਰੀ ਹੁੰਦੀਆਂ, ਜਾਂ ਸਟੂਡੈਂਟਸ ਦੀ ਆਪਾਂ ਗੱਲ ਕਰ ਲਈਏ, ਫੀਸ ਸਟਰਕਚਰ ਕਿਸ ਤਰ੍ਹਾਂ ਦਾ ਰਹਿੰਦਾ ਹੈ, ਕਦੋਂ ਫੀਸ ਪੇ ਕਰਨੀ ਪੈਂਦੀ ਹੈ, ਔਰ ਕੀ ਇਹ ਵੀ ਫਰਕ ਪੈਂਦਾ ਹੈ ਕਿ ਕੋਈ ਕੋਰਸਿਸ ਮਹਿੰਗੇ ਸਸਤੇ, ਸਟੂਡੈਂਟਸ ਦਾ ਵੀ ਸਵਾਲ ਹੁੰਦਾ ਹੈ ਕਿ ਕੀ ਕੋਈ ਸਾਨੂੰ ਘੱਟ ਖਰਚੇ ਵਿੱਚ ਕੋਈ ਵਧੀਆ ਕੋਰਸ ਜਾਂ ਮਿਲ ਸਕਦਾ ਹੈ? ਹਰਜੋਤ, ਬਹੁਤ ਅੱਛਾ ਸਵਾਲ ਹੈ ਤੁਹਾਡਾ। ਨਾਰਮਲੀ ਜਿੱਦਾਂ ਕਿ ਤੁਸੀਂ ਇੱਥੇ ਗੱਲ ਕਰੋ, ਇੰਡੀਆ ਦੇ ਵਿੱਚ ਮੈਡੀਕਲ ਦੀ ਪੜ੍ਹਾਈ ਥੋੜੀ ਮਹਿੰਗੀ ਹੈ, ਇਦਾਂ ਹੀ ਮੈਡੀਕਲ ਦੀ ਪੜ੍ਹਾਈ ਜਾਂ ਨਰਸਿੰਗ ਦੀ ਪੜ੍ਹਾਈ ਅਸੀਂ ਗੱਲ ਕਰੀਏ ਤਾਂ USA ਦੇ ਵਿੱਚ ਵੀ ਥੋੜੀ ਐਕਸਪੈਂਸਿਵ ਹੈ ਐਜ਼ ਕੰਪੇਅਰ ਟੂ ਅਦਰ ਕੋਰਸਿਸ। ਬਟ ਫਿਰ ਵੀ ਅਗਰ ਬੱਚਾ ਇੰਟੈਲੀਜੈਂਟ ਹੈ, ਕਿਉਂਕਿ ਹੁਣ ਮੈਂ ਸੈਟ ਵਰਗੇ ਐਗਜ਼ਾਮ ਦੀ ਜਾਂ GRE GMAT ਵਰਗੇ ਐਗਜ਼ਾਮ ਦੀ ਪੰਜਾਬ ਦੇ ਬੱਚਿਆਂ ਤੋਂ ਉਮੀਦ ਨਹੀਂ ਕਰ ਸਕਦਾ, ਜਿਹੜੇ ਜਿਨ੍ਹਾਂ ਤੋਂ ਕਰ ਸਕਦੇ ਉਹ ਸਾਡੇ ਕੋਲ ਅਪਲਾਈ ਨਹੀਂ ਕਰਦੇ, ਠੀਕ ਹੈ। ਸੋ ਬੜਾ ਕਲੀਅਰ ਮੈਂ ਇਸ ਗੱਲ ਤੇ ਕਹਿਣਾ ਚਾਹੁੰਦਾ ਕਿ ਇਹਨਾਂ ਐਗਜ਼ਾਮਸ ਦੇ ਰਿਜ਼ਲਟਸ ਦੇ ਸਕੋਰਸ ਦੇ ਬੇਸ ਤੇ ਸਕਾਲਰਸ਼ਿਪਸ ਮਿਲਦੀਆਂ ਨੇ, ਫੀਸ ਬੜੀ ਨੋਮੀਨਲ ਰਹਿ ਜਾਂਦੀ ਹੈ। ਕੱਲ ਬੜੇ ਹਾਸੇ ਵਾਲੀ ਗੱਲ ਹੋ ਰਹੀ ਸੀਗੀ, ਮੇਰਾ ਬ੍ਰਦਰ ਬੈਂਗਲੌਰ ਹੁੰਦਾ, ਉਹਦੇ ਨਾਲ ਗੱਲ ਹੋ ਰਹੀ ਸੀਗੀ ਕਿ ਉਹਨਾਂ ਦੇ ਜਿਹੜੇ ਬੱਚੇ ਨੇ ਉੱਥੇ, ਉਹਨਾਂ ਦੇ ਆਲੇ ਦੁਆਲੇ ਆਂਢੀ ਗੁਆਂਢੀ ਬੱਚੇ, ਉਹ ਵਾਟਨ ਦੀ, ਹਾਰਵਰਡਸ ਦੀ ਗੱਲ ਕਰਦੇ ਨੇ, ਠੀਕ ਹੈ। ਸਾਡੇ ਜਿਹੜੇ ਬੱਚੇ ਨੇ ਉਹ ਸਿਰਫ ਅਮਰੀਕਾ ਕੈਨੇਡਾ ਜਾਣ ਦੀ ਗੱਲ ਕਰਦੇ ਨੇ। ਸੋ ਕਿਤੇ ਨਾ ਕਿਤੇ ਬੱਚੇ ਬੜੇ ਪ੍ਰੀਪੇਅਰਡ ਨੇ ਉਹਨਾਂ ਦੇ ਕਿ ਅਸੀਂ ਕਿੱਥੇ ਜਾ ਕੇ ਪੜ੍ਹਨਾ, ਉਹਦੀਆਂ ਸਕਾਲਰਸ਼ਿਪਸ ਦੇ ਕੀ ਕ੍ਰਾਈਟੀਰੀਆ ਨੇ, ਉਹਨਾਂ ਨੂੰ ਕਿੱਦਾਂ ਮੈਚ ਕਰਨਾ, ਕਿੱਦਾਂ ਮੀਟ ਕਰਨਾ। ਸੋ ਉਹਦੀ ਤਿਆਰੀ ਜਿੱਦਾਂ ਬਚਪਨ ਤੋਂ ਹੀ ਸ਼ੁਰੂ ਕਰ ਦਿੰਦੇ ਨੇ। ਸੋ ਸਾਡੇ ਬੱਚੇ ਇਹ ਦੇਖਦੇ ਨੇ ਕਿ ਮਾਪਿਆਂ ਨੇ ਪੈਸੇ ਲਾਣੇ ਆ, ਕੰਸਲਟੈਂਟ ਦਾ ਕੰਮ ਹੈ ਵੀਜ਼ਾ ਲਵਾਉਣਾ, ਅਸੀਂ ਕੁਛ ਨਹੀਂ ਕਰਨਾ। ਸੋ ਇੱਥੇ ਕਿਤੇ ਨਾ ਕਿਤੇ ਬੱਚੇ ਮਾਰ ਖਾਂਦੇ ਨੇ। ਸੋ ਜੇਕਰ ਤੁਸੀਂ ਪੜ੍ਹਾਈ ਕਰਨਾ ਚਾਹੁੰਦੇ ਹੋ, ਤੁਸੀਂ ਇੱਕ ਮੇਰੇ ਕੋਲ ਕੁਛ ਯੂਨੀਵਰਸਿਟੀਜ਼ ਨੇ ਜਿਹੜੀਆਂ ਕਿ SOP ਦੇ ਬੇਸ ਤੇ ਤੁਹਾਡੀ $7500 ਤੱਕ ਜਿਹੜੀਆਂ ਫੀਸ ਹੈ ਉਹਦੀ ਸਕਾਲਰਸ਼ਿਪ ਦੇ ਦਿੰਦੇ ਨੇ। ਜਿੱਥੇ $16000 ਫੀਸ ਹੈ, ਉੱਥੇ ਫੀਸ 9000 ਰਹਿ ਜਾਂਦੀ ਹੈ ਤਕਰੀਬਨ। ਜੇ ਅਸੀਂ ਗੱਲ ਕਰੀਏ ਤਾਂ ਇੰਨੀ ਸਕਾਲਰਸ਼ਿਪ ਸਿਰਫ ਇੱਕ SOP ਦੇ ਆਧਾਰ ਤੇ, ਪਰ ਬੱਚੇ SOP ਲਿਖਣ ਤੋਂ ਵੀ ਘਬਰਾਉਂਦੇ ਨੇ, ਉਹ ਵੀ ਕਹਿੰਦੇ ਵੀ ਤੁਸੀਂ ਕੰਮ ਆਪੇ ਕਰ ਲਓ। ਸੋ ਕਿਤੇ ਨਾ ਕਿਤੇ ਆਪਣਾ ਇਨੀਸ਼ੀਏਟਿਵ ਜ਼ਰੂਰ ਲਿਆ ਕਰੋ, ਸਿਰਫ ਕੰਸਲਟੈਂਟ ਤੇ ਰਿਲਾਈ ਨਾ ਕਰਿਆ ਕਰੋ। ਇੱਕ ਚੰਗੇ ਕੰਸਲਟੈਂਟ ਦੇ ਕੋਲ ਆਓਗੇ, ਉਹੀ ਤੁਹਾਨੂੰ ਇਹ ਗਾਈਡੈਂਸ ਦੇ ਸਕਦਾ ਆ। ਸੋ ਬੈਂਚਮਾਰਕ ਅਬਰੋਡ ਦੇ ਕੋਲ ਅੱਜ ਹੀ ਆਓ। ਇਹ ਗੱਲ ਇਹਨਾਂ ਨੇ ਬਾਅਦ ਚ ਕਹਿਣੀ ਸੀ, ਮੈਂ ਪਹਿਲਾਂ ਕਹਿ ਰਿਹਾ। ਜੀ ਬਿਲਕੁਲ। ਸੋ ਦੇਖੋ, ਇਹ ਚੀਜ਼ਾਂ ਸਮਝਣੀਆਂ ਬਹੁਤ ਜ਼ਿਆਦਾ ਜ਼ਰੂਰੀ ਹੈ, ਕਿਉਂਕਿ ਨੋਰਮਲੀ ਅਸੀਂ ਸੋਚਦੇ, ਜਿਵੇਂ ਤੁਸੀਂ ਕੀਤੀ ਗੱਲ ਸਾਡੇ ਬੱਚਿਆਂ ਦੀ, ਪੰਜਾਬ ਜਿਹੜੇ ਸਪੈਸ਼ਲੀ ਸਟੂਡੈਂਟਸ ਦੀ ਆਪਾਂ ਗੱਲ ਕਰੀਏ, ਉਹਨਾਂ ਦਾ ਫੋਕਸ ਇਹ ਹੁੰਦਾ ਕਿ ਇੱਕ ਵਾਰੀ ਅਸੀਂ ਬਾਹਰ ਪਹੁੰਚ ਜਾਈਏ। ਸੋ ਲੌਂਗ ਟਰਮ ਵਿਜ਼ਨ ਉਹਨਾਂ ਦਾ ਉਵੇਂ ਕਲੀਅਰ ਨਹੀਂ ਹੈ। ਸੋ ਬਹੁਤ ਜ਼ਰੂਰੀ ਹੈ ਸਟੂਡੈਂਟਸ ਲਈ ਕਿ ਅਗਰ ਅਸੀਂ ਜਾਣਾ, ਕਿਤੇ ਵੀ ਜਾਣਾ, ਵਿਦੇਸ਼ ਜਾਣਾ, ਚਾਹੇ ਆਪਣੀ ਕੰਟਰੀ 'ਚ ਵੀ ਰਹਿਣਾ, ਇੱਕ ਵਿਜ਼ਨ ਤੁਹਾਡਾ ਜ਼ਰੂਰ ਬਰੋਡ ਹੋਣਾ ਚਾਹੀਦਾ ਹੈ ਕਿ ਅਸੀਂ ਸਮਝੀਏ ਕਿ ਅਸੀਂ ਕਿਹੜੀ ਦਿਸ਼ਾ ਨੂੰ ਅੱਗੇ ਵਧਣਾ ਹੈ। ਸੋ ਇੱਕ ਭੇਡ ਚਾਲ ਵਿੱਚ ਹੀ ਅੱਗੇ ਜੋ ਹੈ ਸਟੱਡੀ ਵੀਜ਼ਾ ਲਗਵਾ ਕੇ ਵਿਦੇਸ਼ ਜਾਣ ਦੀ ਸੋਚ ਨਹੀਂ ਰੱਖਣੀ ਚਾਹੀਦੀ। ਚਲੋ ਆਪਾਂ ਗੱਲ ਮੈਂ ਇਨਟੇਕਸ ਦੀ ਵੀ ਜ਼ਰੂਰ ਕਰਨਾ ਚਾਹਾਂਗੀ ਕਿ ਅਗਰ ਆਪਾਂ USA ਸਟੱਡੀ ਵੀਜ਼ਾ ਅਪਲਾਈ ਕਰਨ ਬਾਰੇ ਸਟੂਡੈਂਟਸ ਨੂੰ ਜਾਣਕਾਰੀ ਅੱਜ ਦੇ ਰਹੇ ਹਾਂ, ਇਨਟੇਕਸ ਵੀ ਜ਼ਰੂਰ ਦੱਸੋ। ਹੁਣ ਕਮਿੰਗ ਇਨਟੇਕ ਕਦੋਂ ਹੈ? ਅਮਰੀਕਾ ਦੇ ਵਿੱਚ ਰੋਲਿੰਗ ਇਨਟੇਕਸ ਰਹਿੰਦੇ ਨੇ। ਰੋਲਿੰਗ ਇਨਟੇਕ ਮੀਨਸ ਕਿ ਐਵਰੀ ਮੰਥ ਅਸੀਂ ਅਪਲਾਈ ਕਰ ਸਕਦੇ ਹਾਂ। ਮੇਜਰ ਇਨਟੇਕ ਜਿੱਦਾਂ ਪੂਰੀ ਦੁਨੀਆ ਦੇ ਵਿੱਚ ਰਹਿੰਦੇ ਨੇ, ਉਹ ਜਿੱਦਾਂ ਸਪਰਿੰਗ ਇਨਟੇਕ ਹੋ ਗਿਆ, ਫਾਲ ਇਨਟੇਕ ਹੋ ਗਿਆ, ਕਿਤੇ ਨਾ ਕਿਤੇ ਵਿੰਟਰ ਐਂਡ ਸਮਰ ਇਨਟੇਕਸ ਹੁੰਦੇ ਨੇ। ਹੁਣ ਜਿਹੜਾ ਮੇਜਰ ਇਨਟੇਕ ਸੈਪਟੰਬਰ ਦਾ ਇਨਟੇਕ, ਇੱਥੇ ਮੈਂ ਗੱਲ ਜ਼ਰੂਰ ਕਹਿਣਾ ਚਾਹਾਂਗਾ, ਸੈਪਟੰਬਰ ਇਨਟੇਕ ਲਈ ਤੁਸੀਂ ਹਲੇ ਲੇਟ ਨਹੀਂ ਹੋਏ। ਅਗਰ ਤੁਸੀਂ ਅਗਲੇ 15-20 ਦਿਨ, ਮਹੀਨੇ ਦੇ ਵਿੱਚ ਵੀ ਅਪਲਾਈ ਕਰਦੇ ਹੋ, ਜਦੋਂ ਦਾ ਅੱਜ ਸ਼ੋਅ ਚੱਲ ਰਿਹਾ ਹੈਗਾ ਆ, ਅੱਜ ਤੋਂ ਤੁਸੀਂ 15-20 ਦਿਨ ਬਾਅਦ ਵੀ ਅਪਲਾਈ ਕਰਦੇ ਹੋ ਤਾਂ ਵੀ ਤੁਹਾਨੂੰ ਸੈਪਟੰਬਰ ਇਨਟੇਕ ਦਿੱਤਾ ਜਾ ਸਕਦਾ ਆ। ਹਾਂਜੀ, ਅਤੇ ਕਾਫੀ ਸਾਰੀਆਂ ਯੂਨੀਵਰਸਿਟੀ ਸਾਡੇ ਕੋਲ ਅਵੇਲੇਬਲ ਨੇ, ਸਟਿਲ ਓਪਨ ਨੇ ਸੈਪਟੰਬਰ 2023 ਇਨਟੇਕ ਵਾਸਤੇ। ਠੀਕ ਹੈ, ਬਿਲਕੁਲ। ਪਰ ਸਾਡੇ ਕੋਲ ਕੁਝ ਸਟੂਡੈਂਟਸ ਦੇ ਸਵਾਲ ਜਿਹੜੇ USA ਅਪਲਾਈ ਕਰਨਾ ਚਾਹੁੰਦੇ, ਕਹਿੰਦੇ ਅਪਾਇੰਟਮੈਂਟਸ ਤਾਂ ਮਿਲ ਨਹੀਂ ਰਹੀਆਂ, ਪਰ ਹੁਣ ਦਾ ਕੀ ਸਟੇਟਸ ਚੱਲ ਰਿਹਾ ਅਪਾਇੰਟਮੈਂਟਸ ਨੂੰ ਲੈ ਕੇ, ਮੈਂ ਜ਼ਰੂਰ ਜਾਣਨਾ ਚਾਹੂੰਗੀ। ਦੇਖੋ ਹਰਜੋਤ ਜੀ, ਅਪਾਇੰਟਮੈਂਟਸ ਨੋ ਡਾਊਟ ਕਿ ਪ੍ਰੋਬਲਮ ਆਈ ਸੀਗੀ, ਕੋਵਿਡ ਦੇ ਬਾਅਦ ਬੜਾ ਸਲੋ ਚੱਲਦਾ ਰਿਹਾ ਪ੍ਰੋਸੈਸ। ਬਟ ਹੁਣ ਜਿੰਨੇ ਵੀ ਸਟੂਡੈਂਟ ਸਾਡੇ ਅਪੀਅਰ ਹੋ ਰਹੇ ਨੇ, ਕਾਫੀ ਸਾਰੇ ਸਟੂਡੈਂਟਸ ਅਪਾਇੰਟਮੈਂਟਸ ਲੈ ਚੁੱਕੇ ਨੇ। ਮੈਂ ਕਹਾਂਗੀ ਮੈਜੋਰਿਟੀ 95% ਸਟੂਡੈਂਟਸ ਦੇ ਕੋਲ ਅਪਾਇੰਟਮੈਂਟ ਹੈ। ਜਿਹੜੇ ਸਟੂਡੈਂਟਸ ਹੁਣ ਅਪਲਾਈ ਕਰਨਗੇ, ਉਹਨਾਂ ਦੀਆਂ ਅਪਾਇੰਟਮੈਂਟਸ ਵੀ ਖੁੱਲਣਗੀਆਂ 15 ਜੁਲਾਈ ਤੋਂ ਲੈ ਕੇ 30 ਅਗਸਤ ਦੀ ਡਿਊਰੇਸ਼ਨ ਦੇ ਵਿੱਚ ਸਲੋਟਸ ਮਿਲਣਗੇ। ਜਦੋਂ ਵੀ ਖੁੱਲ੍ਹਦੇ ਨੇ ਇਹ ਵਾਲੇ ਸਲੋਟਸ ਮਿਲਣਗੇ। ਜਦੋਂ ਵੀ ਬੱਚਾ ਸਾਡੇ ਕੋਲ ਅਪਲਾਈ ਕਰਦਾ, ਅਸੀਂ ਫਸਟ ਗਾਈਡੈਂਸ ਇਹੀ ਦਿੰਦੇ ਹਾਂ ਕਿ ਆਪਣੀ ਅੰਬੈਸੀ ਫੀਸ ਭਰ ਕੇ ਆਓ ਐਕਸਿਸ ਬੈਂਕ ਦੇ ਵਿੱਚ ਜਾ ਕੇ, ਤਾਂ ਕਿ ਜਦੋਂ ਸਲੋਟਸ ਖੁੱਲ੍ਹਣ ਉਦੋਂ ਤੁਹਾਡਾ ਸਲੋਟ ਜਿਹੜਾ ਬੁੱਕ ਕੀਤਾ ਜਾ ਸਕੇ। ਇੱਥੇ ਮੈਂ ਇਹ ਵੀ ਕਹਿਣਾ ਚਾਹਾਂਗਾ, ਬੈਂਚਮਾਰਕ ਅਬਰੋਡ ਨੇ ਤਕਰੀਬਨ 300-350 ਅਪਾਇੰਟਮੈਂਟਸ ਪਿਕ ਕੀਤੀ ਹੈ, ਠੀਕ ਹੈ। ਇੱਕ ਵੀ ਬੱਚਾ ਸਾਡਾ ਇਹ ਨਹੀਂ ਕਹਿ ਸਕਦਾ ਕਿ ਅਸੀਂ ਕਿਸੇ ਤੋਂ $1 ਵੀ ਚਾਰਜ ਕੀਤਾ। ਕੰਸਲਟੈਂਟਸ ਨੇ 30-40 ਹਜ਼ਾਰ, 50-50 ਰੁਪਏ ਸਿਰਫ ਅਪਾਇੰਟਮੈਂਟਸ ਦੇ ਨਾਮ 'ਤੇ ਬਣਾਏ ਨੇ। ਸੋ ਇੱਥੇ ਮੈਂ ਬੜਾ ਕਲੀਅਰ ਕਹਿਣਾ ਚਾਹੁੰਦਾ, ਕਿਉਂਕਿ ਜਿਹੜੀ ਆਪਣੀ ਛਵੀ ਹੈ ਸਾਫ਼ ਸੁਥਰੀ ਰੱਖੀ ਹੋਈ ਹੈ। ਮੋਸਟ ਟਰਸਟਿਡ ਬ੍ਰਾਂਡ ਹੈ ਸਾਡਾ ਬੈਂਚਮਾਰਕ ਅਬਰੋਡ। ਤੁਸੀਂ ਕਿਤੇ ਵੀ ਚੈੱਕ ਕਰ ਸਕਦੇ ਹੋ, ਸੋਸ਼ਲ ਮੀਡੀਆ 'ਤੇ ਚੈੱਕ ਕਰ ਸਕਦੇ ਹੋ।
नो डाउट कि ਜਿਹੜੇ ਰੈਫਰੈਂਸ ਆਉਂਦੇ ਆ ਸਾਡੇ ਕੋਲ ਉਹ ਤਾਂ ਕਲੀਅਰ ਕੱਟ ਆਉਂਦੇ ਹੀ ਆਉਂਦੇ ਨੇ, ਬਟ ਤੁਸੀਂ ਕਿਉਂਕਿ ਇਸੇ ਚੀਜ਼ ਨੂੰ ਅਸੀਂ ਮੇਨਟੇਨ ਕਰ ਰਹੇ ਹਾਂ ਕਿ ਇੱਕ ਟਰਸਟ ਫੈਕਟਰ ਜਿਹੜਾ ਮਾਰਕੀਟ ਦੇ ਵਿੱਚ ਬਣਾ ਕੇ ਰੱਖਿਆ ਹੋਇਆ, ਸੋ ਕਿਤੇ ਵੀ ਫਾਲਤੂ ਪੈਸੇ ਤੁਹਾਡੇ ਤੋਂ ਚਾਰਜ ਨਹੀਂ ਕੀਤੇ ਜਾਂਦੇ ਅਪਾਇੰਟਮੈਂਟਸ ਦਾ ਕਹਿ ਕੇ ਜਾਂ ਕੋਈ ਹੋਰ ਗੱਲਾਂ ਕਹਿ ਕੇ। ਸੋ ਇਸ ਚੀਜ਼ ਤੋਂ ਵੀ ਜਿਹੜਾ ਬਚ ਕੇ ਚੱਲਣਾ, ਕਿਉਂਕਿ ਮਾਰਕੀਟ 'ਚ ਇਹ ਸਭ ਸ਼ੁਰੂ ਹੋ ਚੁੱਕਾ। ਜੀ ਬਿਲਕੁਲ, ਵਾਕਈ ਅਸੀਂ ਇਸ ਗੱਲ ਦਾ ਅੰਦਾਜ਼ਾ ਇੱਥੋਂ ਹੀ ਲਗਾ ਸਕਦੇ ਹਾਂ ਕਿ ਤਕਰੀਬਨ 20 ਸਾਲ ਹੋ ਚੁੱਕੇ ਨੇ ਕਿ ਉਹ USA ਨੂੰ ਤਾਂ ਪ੍ਰਮੋਟ ਕਰ ਹੀ ਰਹੇ ਨੇ, ਸਟੂਡੈਂਟਸ ਨੂੰ ਗਾਈਡ ਵੀ ਕਰ ਰਹੇ ਨੇ ਚੰਗੇ ਢੰਗ ਨਾਲ ਅੱਗੇ ਵਧਣ ਲਈ, ਰਾਈਟ ਪ੍ਰੋਸੈਸ ਉਹਨਾਂ ਨੂੰ ਗਾਈਡ ਕਰਦੇ ਨੇ। ਔਰ ਸਭ ਤੋਂ ਅੱਜ ਦੇ ਟਾਈਮ ਵਿੱਚ ਜਿਹੜੀ ਦਿੱਕਤ ਹੁੰਦੀ ਸਟੂਡੈਂਟ ਨੂੰ ਸਮਝ ਨਹੀਂ ਆਉਂਦਾ ਸੀ ਕਿਵੇਂ ਅਪਲਾਈ ਕਰੀ, ਕਿਹੜੀ ਆਪਸ਼ਨ ਸਾਡੇ ਲਈ ਬੈਸਟ ਹੈ। ਸੋ ਬੈਂਚਮਾਰਕ ਐਬਰੋਡ ਵੱਲੋਂ ਸਟੂਡੈਂਟਸ ਨੂੰ ਹਰ ਢੰਗ ਦੇ ਨਾਲ ਗਾਈਡ ਕੀਤਾ ਜਾਂਦਾ, ਸਪੈਸ਼ਲੀ ਜੋ ਆਪਾਂ ਸਟਾਰਟਿੰਗ ਵਿੱਚ ਗੱਲ ਕੀਤੀ ਸੀ, ਜਦੋਂ USA ਦੀ ਗੱਲ ਹੁੰਦੀ ਹੈ ਇੰਟਰਵਿਊ ਤੋਂ ਸਟੂਡੈਂਟ ਬਹੁਤ ਘਬਰਾਉਂਦੇ ਨੇ, ਉਸ ਦੇ ਲਈ ਵੀ ਸਪੈਸ਼ਲੀ ਸਟੂਡੈਂਟਸ ਨੂੰ ਪ੍ਰਿਪੇਅਰ ਕੀਤਾ ਜਾਂਦਾ ਬੈਂਚਮਾਰਕ ਐਬਰੋਡ ਵੱਲੋਂ। ਤੁਹਾਡਾ ਆਪਣਾ ਕੋਈ ਡਾਊਟ ਹੈ, ਕੋਈ ਵੀ ਸਵਾਲ ਹੈ, ਨੰਬਰ ਜਿਹੜਾ ਡਿਸਪਲੇ ਇਸ ਉੱਪਰ ਤੁਸੀਂ ਕਾਲ ਕਰਕੇ ਬੈਂਚਮਾਰਕ ਐਬਰੋਡ ਦੀ ਟੀਮ ਦੇ ਨਾਲ ਟਾਈਮਲੀ ਕੰਟੈਕਟ ਕਰ ਸਕਦੇ ਹੋ ਤਾਂ ਕਿ ਕਿਤੇ ਵੀ ਡਿਲੇ ਨਾ ਹੋਵੇ। ਸੋ ਸੈਪਟੰਬਰ ਇਨਟੇਕ ਲਈ ਤੁਸੀਂ ਹਲੇ ਵੀ ਅਪਲਾਈ ਕਰ ਸਕਦੇ ਹੋ ਅਗਰ USA ਬਾਰੇ ਸੋਚ ਰਹੇ ਹੋ। ਜਲੰਧਰ ਅਤੇ ਚੰਡੀਗੜ੍ਹ ਦੇ ਵਿੱਚ ਇਹਨਾਂ ਦਾ ਆਫਿਸ ਹੈ, ਐਡਰੈਸ ਡਿਟੇਲਸ ਕਾਲ ਦੇ ਵਿੱਚ ਚੱਲ ਰਹੀਆਂ ਨੇ, ਨੋਟ ਕਰ ਲਓ, ਆਪਣੇ ਡਾਕੂਮੈਂਟਸ ਲੈ ਕੇ ਵਿਜ਼ਿਟ ਕਰੋ ਤਾਂ ਕਿ ਅਸੈਸਮੈਂਟ ਹੋਵੇ, ਤੁਹਾਨੂੰ ਸਹੀ ਢੰਗ ਨਾਲ ਸਾਰੀਆਂ ਚੀਜ਼ਾਂ ਜੋ ਹੈ ਸਮਝਾਈਆਂ ਜ਼ਰੂਰ ਜਾ ਸਕਣ। I-20 ਨੂੰ ਲੈ ਕੇ ਕੀ ਹਲੇ ਕੋਈ ਡਿਲੇ ਚੱਲ ਰਿਹਾ ਹੈ ਕਿ ਉਹ ਸਮੂਥ ਚੱਲ ਰਿਹਾ ਹੁਣ ਪ੍ਰੋਸੈਸ? ਹਰਜੋਤ ਜੀ, ਸਾਡੇ ਕੋਲ ਕਾਫੀ ਸਾਰੀਆਂ ਯੂਨੀਵਰਸਿਟੀਜ਼ ਅਵੇਲੇਬਲ ਨੇ। ਜਿਹੜੀ ਸਾਡੀ ਐਡਮਿਸ਼ਨਸ ਦੀ ਟੀਮ ਹੈ, ਤਕਰੀਬਨ ਮੇਰੇ ਕੋਲ 18 ਬੰਦਿਆਂ ਦੀ ਐਡਮਿਸ਼ਨਸ ਦੀ ਟੀਮ ਹੈ ਜਿਹੜੀ ਕਿ I-20 ਰੈਗੂਲਰ ਟਰੈਕ ਕਰਦੇ। ਜਿੰਨੀ ਛੇਤੀ ਅਸੀਂ I-20s ਦੇ ਸਕਦੇ ਹਾਂ, ਕੋਈ ਵੀ ਪੰਜਾਬ ਦੀ, ਹਰਿਆਣੇ ਦੀ, ਦਿੱਲੀ ਦੀ ਕੰਪਨੀ ਨਹੀਂ ਦੇ ਸਕਦੀ। ਸੋ ਇਹ ਬੜਾ ਇੱਕ ਅਸੀਂ ਸਟ੍ਰੀਮਲਾਈਨ ਪ੍ਰੋਸੈਸ ਰੱਖਿਆ ਹੋਇਆ। ਸੋ ਤਾਂ ਹੀ ਮੈਂ ਅੱਜ ਵੀ ਵੈਲਕਮ ਕਰ ਰਿਹਾ ਉਹਨਾਂ ਸਟੂਡੈਂਟਸ ਨੂੰ, ਐਂਡ ਮਹੀਨੇ ਬਾਅਦ ਵੀ ਵੈਲਕਮ ਕਰਾਂਗਾ ਜਿਹੜੇ ਸੈਪਟੰਬਰ ਵਾਸਤੇ ਅਪਲਾਈ ਕਰ ਸਕਦੇ ਆ, ਕਿਉਂਕਿ ਸਾਨੂੰ ਕੌਨਫੀਡੈਂਸ ਹੈ ਆਪਣੇ ਪ੍ਰੋਸੈਸ ਦੇ ਉੱਪਰ, ਆਪਣੇ ਐਡਮਿਸ਼ਨ ਪ੍ਰੋਸੈਸ ਦੇ ਉੱਪਰ। ਐਂਡ ਇੰਟਰਵਿਊ ਦੀ ਤਿਆਰੀ ਨਾਲ ਕਰੋ ਤਾਂ ਕਿ ਤੁਸੀਂ ਸੈਪਟੰਬਰ ਤੋਂ ਪਹਿਲਾਂ ਵੀਜ਼ਾ ਲੈ ਸਕੋ। ਜੀ ਬਿਲਕੁਲ ਠੀਕ, ਸਹੀ ਗੱਲ ਹੈ ਤੁਸੀਂ। ਪਰ ਆਪਾਂ ਜਦ USA ਦੀ ਗੱਲ ਕਰਦੇ ਹਾਂ ਤੇ ਮੈਂ ਥੋੜਾ ਡਿਟੇਲ 'ਚ ਹੋਰ USA ਬਾਰੇ ਜਾਣਨਾ ਚਾਹੂੰਗੀ। ਜ਼ਿਆਦਾਤਰ ਆਪਾਂ ਸਟੂਡੈਂਟਸ ਦਾ ਰੁਝਾਨ ਦੇਖੀਏ ਕੈਨੇਡਾ, ਆਸਟ੍ਰੇਲੀਆ, UK ਰਹਿੰਦਾ ਹੈ। USA ਨੂੰ ਕਿੰਨੀ ਕੁ ਬੈਸਟ ਆਪਸ਼ਨ ਤੁਸੀਂ ਸਟੂਡੈਂਟਸ ਲਈ ਮੰਨਦੇ ਹੋ ਜਿੱਧਰ ਜ਼ਿਆਦਾ ਧਿਆਨ ਹੀ ਨਹੀਂ ਦੇ ਰਹੇ? ਦੇਖੋ, ਜਿੱਦਾਂ ਅਸੀਂ ਗੱਲ, ਤੁਸੀਂ ਆਪਣੇ ਸ਼ੋਅ 'ਚ ਪਹਿਲਾਂ ਗੱਲ ਇਹ ਸ਼ੁਰੂ ਕੀਤੀ, ਤੁਹਾਡੇ ਐਕੈਡੈਮਿਕ ਸਕੋਰ ਲੋ ਨੇ, ਤੁਸੀਂ ਆਈਲੈਟਸ ਨਹੀਂ ਕਰ ਪਾਏ, ਤੁਹਾਡਾ ਗੈਪ ਵੱਧ ਚੁੱਕਾ, ਤੁਸੀਂ ਰਿਫਿਊਜ਼ਲ ਲੈ ਚੁੱਕੇ ਹੋ ਤੇ ਤੁਸੀਂ USA ਜਾ ਸਕਦੇ ਹੋ। ਕਿਤੇ ਨਾ ਕਿਤੇ ਇੱਕ ਉਸ ਕੰਟਰੀ ਜਿਹਦਾ ਪੂਰੀ ਦੁਨੀਆ 'ਚ ਸਿੱਕਾ ਚੱਲਦਾ ਹੈ, ਉਹਨੂੰ ਅਸੀਂ ਇਹਨਾਂ ਡੀਮੈਰਿਟਸ ਦੇ ਆਧਾਰ 'ਤੇ ਬੋਲਣਾ ਸ਼ੁਰੂ ਕਰਦੇ ਹਾਂ। ਜਦ ਕਿ ਅਗਰ ਗੱਲ ਕਰੀਏ ਤਾਂ USA ਇੱਕ ਨੰਬਰ 1 ਡੈਸਟੀਨੇਸ਼ਨ ਹੈ ਸਟੂਡੈਂਟ ਵੀਜ਼ੇ ਦੀ। ਅਗਰ ਮੈਂ ਆਪਣੇ ਬੇਟੇ ਦੀ ਗੱਲ ਕਰਾਂ ਤਾਂ ਮੈਂ USA ਹੀ ਉਹਨੂੰ ਭੇਜਣਾ ਚਾਹੂੰਗਾ ਰਾਦਰ ਦੈਨ ਕਿ ਮੈਂ ਕਿਸੇ, ਚਲੋ ਮੇਰਾ ਕੰਮ ਹੈ, ਮੈਂ ਸਾਰੀਆਂ ਕੰਟਰੀਜ਼ ਪ੍ਰਮੋਟ ਕਰਦਾ, ਪਰ USA 'ਚ ਜੋ ਐਕਸਪੋਜ਼ਰ ਹੈ, ਕਿਉਂਕਿ ਉਹਨੇ ਜਾ ਕੇ ਉੱਥੇ ਟਰੱਕ ਦਾ ਸਟੀਅਰਿੰਗ ਨਹੀਂ ਦੇਖਣਾ, ਉਹਨੇ ਉੱਥੇ ਜਾ ਕੇ ਪੜ੍ਹਨਾ ਹੈ। ਠੀਕ ਹੈ, ਜਿਹੜੇ ਸਟੂਡੈਂਟਸ ਦੇ ਟਰੱਕ ਦਾ ਸਟੀਅਰਿੰਗ ਜਾ ਕੇ ਉੱਥੇ ਬਸ ਦੇਖਦੇ ਮਾਈਂਡ 'ਚ USA ਆਉਂਦਾ ਤਾਂ ਟਰੱਕ ਦਾ ਸਟੀਅਰਿੰਗ ਆ ਜਾਂਦਾ ਆ, ਅਤੇ ਉਹ ਉਹਨਾਂ ਵਾਸਤੇ ਸਟੱਡੀ ਡੈਸਟੀਨੇਸ਼ਨ ਨਹੀਂ ਹੈ, ਉਹਨਾਂ ਲਈ ਸਿਰਫ ਇੱਕ ਕਿੱਤੇ ਦੀ ਡੈਸਟੀਨੇਸ਼ਨ ਹੈ USA। ਬਟ ਜੇਕਰ ਤੁਸੀਂ ਪੜ੍ਹਾਈ ਜਾਂ ਐਕਸਪੋਜ਼ਰ ਦੇਖਦੇ ਹੋ, ਜੇ ਅੱਜ ਆਪਾਂ ਗੱਲ ਕਰੀਏ ਕਿਸੇ ਵੀ IT ਕੰਪਨੀ ਦੇ ਚੇਅਰਮੈਨ ਦੀ ਗੱਲ ਕਰ ਲਓ, ਈਵਨ ਵਰਲਡ ਬੈਂਕ ਦੇ ਚੇਅਰਮੈਨ ਦੀ ਗੱਲ ਕਰ ਲਓ, ਉਹ ਸਾਰੇ ਇੰਡੀਅਨ ਨੇ। ਆਪਣੀ ਸੋਚ ਉੱਥੋਂ ਤੱਕ ਲਿਜਾਣੀ ਪਏਗੀ ਕਿ ਅਸੀਂ ਉਹ ਵੀ ਚੀਜ਼ਾਂ ਅਚੀਵ ਕਰ ਸਕਦੇ ਹਾਂ। ਠੀਕ ਹੈ, ਸੋ ਲੌਂਗ ਟਰਮ ਅਸੀਂ ਅਗਰ ਚੰਗੀ ਯੂਨੀਵਰਸਿਟੀ ਦੇ ਵਿੱਚ ਪੜ੍ਹਦੇ ਹਾਂ ਤੇ ਸਾਡੇ ਲਈ ਆਪਸ਼ਨਸ ਅਨਲਿਮਿਟਿਡ ਨੇ, ਜਿਹੜੀਆਂ ਕਿ ਸ਼ਾਇਦ ਕੋਈ ਹੋਰ ਕੰਟਰੀ, ਕੈਨੇਡਾ, UK ਨਾ ਦੇ ਸਕੇ। ਸੋ USA ਇਜ਼ ਦਾ ਨੰਬਰ 1 ਚੋਇਸ ਜੇ ਮੈਂ ਆਪਣੇ ਬੱਚੇ ਦੀ ਵੀ ਗੱਲ ਕਰਾਂ ਤਾਂ। ਜੀ, ਮੈਂ ਥੋੜਾ ਗੈਪ ਨੂੰ ਲੈ ਕੇ ਵੀ ਜ਼ਰੂਰ ਤੁਹਾਡੇ ਤੋਂ ਜਾਣਨਾ ਚਾਹੁੰਦੀ, ਕਿੰਨਾ ਗੈਪ ਆਪਾਂ ਮੰਨ ਸਕਦੇ ਹਾਂ ਕਿ ਅਸੈਪਟੇਬਲ ਹੈ USA ਵਿੱਚ, ਕਿਉਂਕਿ ਆਪਾਂ ਜ਼ਿਆਦਾਤਰ ਦੇਖਦੇ ਹਾਂ ਕਿ ਇਲੀਗਲ ਵੇ ਦੇ ਨਾਲ ਬਹੁਤ ਜਣੇ ਜਾਂਦੇ ਨੇ USA, ਤੇ ਜੇਕਰ ਇੰਨਾ ਸੌਖਾ ਪ੍ਰੋਸੈਸ ਆਪਾਂ USA ਦਾ ਮੰਨੀਏ ਤਾਂ ਫਿਰ ਲੀਗਲ ਵੇ ਦੇ ਨਾਲ ਵੀ ਅਪਲਾਈ ਕਰਕੇ ਅਗਰ ਪ੍ਰੋਸੈਸ ਕੰਪਲੀਟ ਹੁੰਦਾ ਹੈ ਔਰ ਵੀਜ਼ਾ ਲੱਗ ਸਕਦਾ, ਤਾਂ ਕਿਉਂ ਸਾਰੇ ਇਲੀਗਲ ਵੇ ਤੇ ਅਪਲਾਈ ਜਾਣ ਦੀ ਕੋਸ਼ਿਸ਼ ਕਰਦੇ ਆ? ਹਰਜੋਤ ਜੀ, USA ਪ੍ਰਮੋਟ ਨਹੀਂ ਸੀ ਸ਼ੁਰੂ ਹੋਇਆ ਉਹਨਾਂ ਹੋਣਾ, ਪਿਛਲੇ 2-3 ਸਾਲਾਂ 'ਚ ਜ਼ਿਆਦਾ ਕੰਸਲਟੈਂਟਸ ਨੇ ਵੀ ਰੌਲਾ ਪਾਉਣਾ ਸ਼ੁਰੂ ਕਰਤਾ ਕਿ USA। ਸੋ ਜਿੱਥੇ ਤੱਕ ਅੱਗੇ ਅਵੇਅਰਨੈਸ ਨਹੀਂ ਸੀ ਪਹੁੰਚੀ ਕਿ USA ਸਟੱਡੀ ਵੀਜ਼ਾ 'ਤੇ ਵੀ ਜਾਇਆ ਜਾ ਸਕਦਾ, ਅੱਜ ਉੱਥੇ ਅਵੇਅਰਨੈਸ ਪਹੁੰਚਣੀ ਸ਼ੁਰੂ ਹੋ ਗਈ। ਮੈਂ ਹੈਰਾਨ ਹੁੰਦਾ, ਕਈ ਵਾਰੀ ਸਟੂਡੈਂਟਸ ਦਾ ਵੀਜ਼ਾ ਆ ਜਾਂਦਾ ਆ, ਫਿਰ ਉਹਨਾਂ ਦੇ ਆਲੇ ਦੁਆਲੇ ਗੁਆਂਢੀ ਜਿਹੜੇ ਆ ਕੇ ਉਹਨਾਂ ਨੂੰ ਇਹ ਪੁੱਛਦੇ ਆ ਵੀ ਕਿਹੜੇ ਕੰਸਲਟੈਂਟ ਰਾਹੀਂ ਤੁਸੀਂ ਕੰਧ ਟੱਪੀ ਹੈ, ਜਦੋਂ ਇਹ ਕੰਧ ਟੱਪਣਾ ਹੀ USA ਜਾਣ ਦਾ ਇਕਰਾਰ ਰਹਿ ਗਿਆ। ਬਟ ਜਿਹੜੀ ਗੱਲ ਅਸੀਂ ਕਰਦੇ ਹੈਗੇ ਕਿ ਅਸੀਂ ਸਟੂਡੈਂਟ ਵੀਜ਼ੇ 'ਤੇ ਭੇਜ ਰਹੇ ਹੈਗੇ ਆ, 5 ਸਾਲ ਦਾ ਵੀਜ਼ਾ ਲੱਗਦਾ ਆ, ਇਰਰਿਸਪੈਕਟਿਵ ਕਿ ਤੁਹਾਡੀ ਸਟੱਡੀ ਦੀ ਡਿਊਰੇਸ਼ਨ ਕਿੰਨੀ ਹੈਗੀ ਹੈ, 5 ਸਾਲ ਦਾ ਇੱਕ ਵਾਰੀ ਤੁਹਾਨੂੰ ਵੀਜ਼ਾ ਮਿਲ ਜਾਂਦਾ, ਰੰਗ ਬਰੰਗਾ ਵੀਜ਼ਾ ਜਿਹੜਾ ਤੁਹਾਡੀ ਜ਼ਿੰਦਗੀ ਦੇ ਵਿੱਚ ਰੰਗ ਭਰਦਾ, ਖੁਸ਼ਹਾਲ ਕਰਦਾ ਤੁਹਾਡੀ ਜ਼ਿੰਦਗੀ ਨੂੰ। ਸੋ ਸਹੀ ਕੰਸਲਟੈਂਟ ਦੀ ਚੋਣ ਕਰਕੇ ਸਹੀ ਰਾਹ ਨੂੰ ਅਪਣਾਓ ਤੇ ਆਪਣਾ USA ਜਿਹੜਾ ਤੁਸੀਂ ਜਾ ਕੇ ਪੜ੍ਹਨ ਦਾ, ਸੈਟਲ ਹੋਣ ਦਾ ਸੁਪਨਾ ਪੂਰਾ ਕਰ ਸਕਦੇ। ਜੀ ਠੀਕ ਹੈ, ਤਾਂ ਅਗਰ ਆਪਾਂ ਦੀ ਫਾਈਲਿੰਗ ਦੀ ਗੱਲ ਕਰਦੇ ਹਾਂ, ਪੂਰੇ ਪ੍ਰੋਸੈਸ ਦੇ ਵਿੱਚ ਕਿਹੜੇ ਮੇਨ ਚੀਜ਼ਾਂ 'ਤੇ ਧਿਆਨ ਦੇਣਾ ਚਾਹੀਦਾ ਸਟੂਡੈਂਟਸ ਨੂੰ? ਮੈਂ ਜ਼ਰੂਰ ਚਾਹੂੰਗੀ ਕਿ ਕੁਝ ਖਾਸ ਪੁਆਇੰਟਸ, ਕੁਝ ਟਿਪਸ ਅਗਰ ਤੁਸੀਂ ਦੇਣਾ ਚਾਹੋ ਜਿਹੜੇ ਸਟੂਡੈਂਟਸ USA ਅਪਲਾਈ ਕਰਨਾ ਚਾਹੁੰਦੇ ਆ। ਹਾਂਜੀ ਹਰਜੋਤ ਜੀ, ਮੈਂ ਬਿਲਕੁਲ ਦੱਸਣਾ ਚਾਹਾਂਗਾ, ਜਿਹੜੀ ਅੰਬੈਸੀ ਇੰਟਰਵਿਊ ਹੈ ਉਹਦੇ ਵਿੱਚ 2 ਚੀਜ਼ਾਂ ਨੂੰ ਜਿਹੜਾ ਵੀਜ਼ਾ ਆਫਿਸਰ ਹੈ ਉਹ ਸਰਟਨ ਕਰਨਾ ਚਾਹੁੰਦਾ ਆ। ਇੱਕ ਕਿ ਤੁਸੀਂ
ਬੋਨਾਫਾਈਡ ਸਟੂਡੈਂਟ ਹੋ ਐਂਡ ਕਿ ਤੁਸੀਂ ਉੱਥੇ ਜਾ ਕੇ ਪੜ੍ਹੋਗੇ, ਤੁਹਾਡਾ ਜਿਹੜਾ ਮੇਨ ਮੰਤਵ ਹੈ ਪੜ੍ਹਾਈ ਕਰਨ ਦਾ, ਇੱਥੇ ਆਪਾਂ ਨੂੰ ਸੈਟਿਸਫਾਈ ਕਰਨਾ ਹੁੰਦਾ। ਦੂਜਾ ਸੈਟਿਸਫਾਈ ਕਰਨਾ ਹੁੰਦਾ ਕਿ ਸਾਡੇ ਜਿਹੜੇ ਪੇਰੈਂਟਸ ਦੀ ਫਾਈਨੈਂਸ਼ੀਅਲ ਵਰਥ ਅੱਛੀ ਹੈ, ਉਹ ਸਾਨੂੰ ਸਪੋਰਟ ਕਰ ਸਕਦੇ ਆ। ਇਹ ਨਹੀਂ ਕਿ ਪਹਿਲੇ ਸਾਲ ਲਈ, ਆਉਣ ਵਾਲੇ ਸਾਲਾਂ ਵਾਸਤੇ ਵੀ, ਕਿ ਪਹਿਲੇ ਸਾਲ ਦੀ ਤਾਂ ਫੰਡ ਤੁਸੀਂ ਸ਼ੋਅ ਕਰ ਦਿੱਤੇ, ਤੁਹਾਡੀ I-20 ਤੇ ਲਿਖ ਕੇ ਆ ਗਏ ਵੀਜ਼ਾ ਆਫਿਸਰ ਸੈਟਿਸਫਾਈ ਹੋ ਗਿਆ, ਅਗਲੇ ਸਾਲ ਪੜ੍ਹਾਈ ਵਾਸਤੇ ਖਰਚਾ ਕਿੱਥੋਂ ਆਊਗਾ? ਤੁਸੀਂ ਇਹ ਨਹੀਂ ਕਹਿ ਸਕਦੇ ਕਿ ਅਸੀਂ ਉੱਥੇ ਜਾ ਕੇ ਕੰਮ ਕਰਾਂਗੇ, ਅਸੀਂ ਟਰੱਕ ਚਲਾਵਾਂਗੇ ਅਤੇ ਆਪਣੀ ਪੜ੍ਹਾਈ ਦਾ ਖਰਚਾ ਕੱਢਾਂਗੇ। ਤੁਹਾਡੇ ਪੇਰੈਂਟਸ ਜਿਹੜੀ ਇਨਕਮ ਹੈ ਉਹ ਕਿੰਨੀ ਹੈ, ਉਹ ਉਹਨਾਂ ਦਾ ਕਿੱਤਾ ਕੀ ਹੈ, ਇਹਦੇ 'ਤੇ ਆਪਾਂ ਨੂੰ ਬੜੇ ਮਤਲਬ ਕਿ ਗੰਭੀਰਤਾ ਦੇ ਨਾਲ ਇੰਟਰਵਿਊ ਦੀ ਤਿਆਰੀ ਕਰਨੀ ਪੈਂਦੀ ਹੈ। ਸੋ ਇਹੀ ਦੋ ਚੀਜ਼ਾਂ ਨੇ ਜੋ ਦੋ ਮੇਨ ਜਿਹੜੇ ਕ੍ਰਾਈਟੀਰੀਆਜ਼ ਨੇ ਵੀਜ਼ਾ ਆਫਿਸਰ ਨੂੰ ਸੈਟਿਸਫਾਈ ਕਰਨ ਦੇ, ਐਂਡ ਉਹਦੇ ਬੇਸ 'ਤੇ ਹੀ ਜਿਹੜਾ ਵੀਜ਼ਾ ਜਿਹੜਾ ਆ ਉਹ ਸੈਂਕਸ਼ਨ ਹੁੰਦਾ ਆ। ਠੀਕ ਹੈ, ਬਿਲਕੁਲ। ਤੇ ਜਦੋਂ ਆਪਾਂ ਪਹਿਲਾਂ ਗੱਲ ਸਪਾਊਸ ਵੀਜ਼ਾ ਦੀ ਵੀ ਕੀਤੀ, ਡਿਪੈਂਡੈਂਟ F2 ਦੀ, ਤਾਂ ਉਹ ਪ੍ਰੋਸੈਸ ਥੋੜੀ ਦੇਰ ਬਾਅਦ ਸ਼ੁਰੂ ਕਰਨਾ ਚਾਹੀਦਾ, ਨਾਲ ਹੀ ਫਾਈਲਿੰਗ ਉਹਦੀ ਕੰਮ ਸ਼ੁਰੂ ਹੋ ਜਾਂਦਾ ਹੈ? ਉਹ ਵੀ ਜ਼ਰੂਰ ਸਮਝਾਓ, ਕਿਉਂਕਿ ਬੜੇ ਸਵਾਲ ਰਹਿੰਦੇ ਜੀ ਅਸੀਂ ਇਕੱਠੇ ਹੀ ਨਾਲ ਆਪਣੀ ਸਪਾਊਸ ਦੀ ਫਾਈਲ ਲਗਾ ਦਈਏ ਜਾਂ ਡਿਲੇ ਪਾਈਏ, ਰੁੱਕ ਕੇ ਲਗਾਈਏ, ਕਿਵੇਂ ਕਰੀਏ? ਦੇਖੋ ਅਸੀਂ ਜਿੱਦਾਂ ਮੈਂ ਪਹਿਲਾਂ ਵੀ ਕਿਹਾ ਕਿ ਅਸੀਂ ਨਹੀਂ ਇਸ ਚੀਜ਼ ਨੂੰ ਐਡਵੋਕੇਟ ਕਰਦੇ ਕਿ ਤੁਸੀਂ ਇਕੱਠੇ ਹੀ ਆਪਣਾ ਜਿਹੜਾ ਆ USA ਦੀ ਐਮਬੈਸੀ ਦੇ ਵਿੱਚ ਪੇਸ਼ ਹੋਵੋ। ਪਹਿਲਾਂ F1 ਜਿਹੜਾ ਵੀਜ਼ਾ ਅਪਰੂਵ ਹੋ ਜਾਏ, ਉਸ ਤੋਂ ਬਾਅਦ F2 ਵਾਲਾ ਜਿਹੜਾ ਹੈ ਕੈਂਡੀਡੇਟ ਐਂਡ ਉਹਦੇ ਮਤਲਬ ਕਿ ਡਿਪੈਂਡੈਂਟਸ ਜਿਹੜੇ ਆ ਉਹ ਅਪੀਅਰ ਹੋਣ ਐਮਬੈਸੀ ਦੇ ਵਿੱਚ। ਤੁਸੀਂ F1 ਵਾਲਾ ਪੜ੍ਹਾਈ ਸ਼ੁਰੂ ਕਰ ਚੁੱਕਾ ਹੁੰਦਾ ਆ, ਇੱਕ ਸਮੈਸਟਰ ਉਹਦਾ ਪੂਰਾ ਹੋ ਚੁੱਕਾ ਹੁੰਦਾ, ਕਿਤੇ ਨਾ ਕਿਤੇ ਵੀਜ਼ਾ ਆਫਿਸਰ ਨੂੰ ਵੀ ਸਮਝਾਉਣਾ ਸੌਖਾ ਹੋ ਜਾਂਦਾ ਕਿ ਮੇਰਾ ਜਿਹੜਾ ਸਪਾਊਸ ਹੈ ਉੱਥੇ ਪੜ੍ਹ ਰਿਹਾ ਹੈਗਾ ਆ। ਜਦੋਂ ਤੁਸੀਂ ਦੋਨੇ ਜਾ ਕੇ ਐਮਬੈਸੀ ਖੜੇ ਹੋ ਜਾਂਦੇ ਹੋ, ਤੁਹਾਨੂੰ ਵੀਜ਼ਾ ਆਫਿਸਰ ਨੂੰ ਕਨਵਿੰਸ ਕਰਨਾ ਔਖਾ ਹੋ ਜਾਂਦਾ ਵੀ ਅਸੀਂ ਉੱਥੇ ਜਾ ਕੇ ਪੜ੍ਹਾਈ ਕਰਾਂਗੇ ਕਿ ਸਿਰਫ ਅਸੀਂ USA ਪਹੁੰਚਣਾ ਹੈ। ਜੀ 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 ਠੀਕ ਹੈ, ਬਿਲਕੁਲ। ਤੇ ਇੱਥੇ ਜਿਵੇਂ ਆਪਾਂ ਅੱਗੋਂ ਪੜ੍ਹਾਈ ਦੀ ਗੱਲ ਕਰਦੇ ਹਾਂ, ਜੋ ਸਟੂਡੈਂਟ ਨੇ ਇੱਥੋਂ ਪਹਿਲਾਂ ਪੜ੍ਹਾਈ ਕੀਤੀ ਹੈ, ਕਈ ਵਾਰ ਗੈਪ ਬਹੁਤ ਪੈ ਚੁੱਕਿਆ ਹੁੰਦਾ, ਉਸ ਤੋਂ ਬਾਅਦ ਕਿਵੇਂ ਉਹਨੂੰ ਆਪਣੇ ਕੋਰਸ ਦੀ ਸਿਲੈਕਸ਼ਨ ਕਰਨੀ ਚਾਹੀਦੀ ਹੈ? ਕਿੰਨਾ ਚੀਜ਼ਾਂ ਦਾ ਬਹੁਤ ਕਿਉਂਕਿ ਆਪਾਂ ਬਾਕੀ ਕੰਟਰੀਜ਼ ਦੀ ਕਰੀਏ ਗੱਲ, ਕੋਰਸ ਰੈਲੀਵੈਂਸੀ ਬਹੁਤ ਵੱਡਾ ਫੈਕਟਰ ਹੁੰਦਾ ਹੈ, ਪਰ ਜਦ ਇੱਥੇ ਆਪਾਂ ਕੋਈ ਗੈਪ ਪ੍ਰੋਫਾਈਲ ਦੀ ਗੱਲ ਕਰ ਲਈਏ, ਉਹ ਕਿਸ ਤਰੀਕੇ ਨਾਲ ਆਪਣਾ ਕੋਰਸ ਦੇਖੋ ਅਸੀਂ ਰੈਲੀਵੈਂਟ ਕੋਰਸਿਸ ਹੀ ਜਿਹੜੇ ਆ ਉਹ ਸੁਜੈਸਟ ਕਰਦੇ ਆ, ਬਟ ਕਿਤੇ ਨਾ ਕਿਤੇ ਇਰੈਲੀਵੈਂਸੀ ਬਣ ਜਾਂਦੀ ਹੈ ਜਦੋਂ ਬੱਚੇ ਨੇ BA ਕੀਤੀ ਹੈ ਤਾਂ ਅਸੀਂ ਉਹਨੂੰ MBA ਵਾਸਤੇ ਭੇਜ ਰਹੇ ਹਾਂ। ਬਟ MBA ਇੱਕ ਇੱਦਾਂ ਦਾ ਕੋਰਸ ਹੈ, ਕੋਈ ਵੀ ਗ੍ਰੈਜੂਏਸ਼ਨ ਤੁਸੀਂ ਕੀਤੀ ਹੈ ਤੁਸੀਂ MBA ਵਾਸਤੇ ਜਾ ਸਕਦੇ ਹੋ। ਤੁਸੀਂ ਚਾਹੇ BBA ਕੀਤੀ ਹੈ, BA ਕੀਤੀ ਹੈ, BCom ਕੀਤੀ ਹੈ, ਤੁਸੀਂ ਹਸਪਿਟੈਲਿਟੀ ਦੇ ਵਿੱਚ ਡਿਗਰੀ ਲਈ ਹੈਗੀ ਹੈ। ਆਰਕੀਟੈਕਟ ਰੇਟਸ ਮੇਰੇ ਕੋਲ ਇੱਕ ਪ੍ਰੋਫਾਈਲ ਆਰਕੀਟੈਕਟ ਨੂੰ ਵੀ ਅਸੀਂ MBA ਲੈ ਕੇ ਦਿੱਤੀ, ਕਿਉਂਕਿ MBA ਜਿਹੜਾ ਇੱਕ ਕੋਰਸ ਹੈ ਜਨਰਲ ਮੈਨੇਜਮੈਂਟ ਦਾ, ਉਹ ਸਾਰਿਆਂ ਨੂੰ ਹੀ ਚਾਹੀਦਾ ਹੁੰਦਾ ਆ। ਕਿਸੇ ਵੀ ਤੁਸੀਂ ਅੱਜ ਜੌਬ ਇੰਟਰਵਿਊ ਵਾਸਤੇ ਜਾਂਦੇ ਹੋ, ਦ ਮੋਸਟ ਪ੍ਰੈਫਰਡ ਪੀਪਲ ਆ ਜਿਨ੍ਹਾਂ ਨੇ MBA ਕੀਤੀ ਹੈ। ਸੋ ਇੱਕ ਮਾਸਟਰ ਡਿਗਰੀ ਜਿਹੜੀ ਕਿ ਤੁਹਾਡੀਆਂ ਸੰਭਾਵਨਾਵਾਂ ਵਧਾ ਦਿੰਦੀ ਹੈ ਇੰਪਲੋਏਬਿਲਿਟੀ ਦੀਆਂ, ਉਹ MBA ਹੈ। ਸੋ ਉੱਥੇ ਅਸੀਂ ਇਹ ਨਹੀਂ ਗੱਲ ਕਰਦੇ ਕਿ ਸਾਡਾ ਜਿਹੜਾ ਲਿੰਕ ਬਣਨਾ ਚਾਹੀਦਾ ਪੜ੍ਹਾਈ ਦੇ ਨਾਲ। ਸੋ ਕਿਤੇ ਨਾ ਕਿਤੇ ਅਸੀਂ ਜ਼ਰੂਰ ਕਹਿੰਦੇ ਹਾਂ ਕਿ ਜਿਹੜੀ ਰੈਲੀਵੈਂਸੀ ਆ ਉਹ ਬਣਨੀ ਚਾਹੀਦੀ ਹੈ ਪੜ੍ਹਾਈ ਦੇ ਨਾਲ। ਬਟ ਜਿੱਥੇ MBA ਆ ਜਾਂਦੀ ਹੈ ਜਾਂ ਕੁਝ ਹੋਰ ਕੋਰਸਿਸ ਆ ਜਾਂਦੇ, ਜਿੱਦਾਂ ਹੁਣ ਨਰਸਿੰਗ ਕੀਤੀ ਹੈ, ਨਰਸਿੰਗ ਦੇ ਵਿੱਚ ਨਰਸਿੰਗ ਨਹੀਂ ਲੈ ਰਹੇ ਤੁਸੀਂ, ਹੈਲਥ ਕੇਅਰ ਮੈਨੇਜਮੈਂਟ ਲੈ ਰਹੇ ਹੋ, ਤੁਸੀਂ ਆਪਣਾ ਇੱਕ ਤਰ੍ਹਾਂ ਦਾ ਕੋਡ ਨਰਸਿੰਗ ਤੋਂ ਟ੍ਰੈਂਡ ਚੇਂਜ ਕਰਕੇ ਮੈਨੇਜਮੈਂਟ ਸਟੱਡੀਜ਼ ਵੱਲ ਜਾ ਰਹੇ ਹੋ। ਸੋ ਇੱਦਾਂ ਦੇ ਕੋਰਸਿਸ ਅਸੀਂ ਐਡਵੋਕੇਟ ਕਰ ਦਿੰਦੇ ਹਾਂ। ਇੰਜੀਨੀਅਰਿੰਗ ਕੀਤੀ ਹੈ, ਇੰਜੀਨੀਅਰਿੰਗ ਮੈਨੇਜਮੈਂਟ ਦਾ ਕੋਰਸ ਅੱਜ ਕੱਲ੍ਹ ਬਹੁਤ ਜਿਹੜਾ ਆ ਉਹ ਹਾਈਲਾਈਟ ਹੋ ਰਿਹਾ ਆ। ਉਹਦੇ ਵਿੱਚ ਜਿਹੜੀ ਇੰਜੀਨੀਅਰਿੰਗ ਪਲੱਸ ਮੈਨੇਜਮੈਂਟ, ਮਤਲਬ ਕਿ ਟੈਕਨੋ ਪਲੱਸ ਮੈਨੇਜਮੈਂਟ, ਟੈਕਨੋ ਮੈਨੇਜਮੈਂਟ ਪ੍ਰੋਫੈਸ਼ਨਲਸ ਜਿਹੜੇ ਆ ਹਾਈਲੀ ਇਨ ਡਿਮਾਂਡ ਨੇ। ਸੋ ਇੱਦਾਂ ਦੇ ਕੋਰਸਿਸ ਅਸੀਂ ਸੁਜੈਸਟ ਕਰਦੇ ਹੈਗੇ। ਜੀ 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 ਠੀਕ ਹੈ, ਬਿਲਕੁਲ ਸਰ। ਜ਼ਰੂਰ ਸਾਰੇ ਗੌਰ ਕਰਨ ਸਟੂਡੈਂਟਸ ਇਹਨਾਂ ਸਾਰੀਆਂ ਗੱਲਾਂ ਦੇ ਉੱਪਰ, ਇਹ ਸਾਰੀ ਜਾਣਕਾਰੀ ਦੇ ਉੱਪਰ। ਜੇਕਰ ਤੁਸੀਂ USA ਬਾਰੇ ਸੋਚ ਰਹੇ ਹੋ, ਕੋਈ ਡਾਊਟ ਹੈ, ਇਸ ਨੰਬਰ ਤੇ ਕਾਲ ਜ਼ਰੂਰ ਕਰ ਲਓ ਟਾਈਮਲੀ, ਤਾਂ ਕਿ ਤੁਹਾਨੂੰ ਸਹੀ ਰਾਹ ਜ਼ਰੂਰ ਮਿਲੇ, ਸਹੀ ਆਪਸ਼ਨਸ ਹੈ, ਤੁਸੀਂ ਚੱਲਦੇ ਹੋਏ ਆਪਣਾ ਵੀਜ਼ਾ ਦਾ ਪ੍ਰੋਸੈਸ ਪੂਰਾ ਕਰਦੇ ਹੋਏ ਵੀਜ਼ਾ ਹਾਸਲ ਵੀ ਕਰ ਸਕੋ। ਸੋ ਗੱਲ ਦੇਖੋ ਖਰਚੇ ਦੀ ਵੀ ਆਪਾਂ ਜ਼ਰੂਰ ਕਰੀਏ, ਕੁੱਲ ਮਿਲਾ ਕੇ ਕਿੰਨਾ ਖਰਚਾ ਸੋਚ ਕੇ ਚੱਲੇ ਕੋਈ ਐਪਲੀਕੈਂਟ ਜਦੋਂ ਅਪਲਾਈ ਕਰਦਾ? ਦੇਖੋ ਜਦੋਂ ਅਸੀਂ ਇੱਕ ਕੰਪਲੀਟ ਬਜਟ ਦੀ ਗੱਲ ਕਰਦੇ ਹਾਂ, ਅਸੀਂ ਆਸਟ੍ਰੇਲੀਆ ਕੈਨੇਡਾ ਤੋਂ ਕਿਤੇ ਸਸਤੇ ਦੇ ਵਿੱਚ ਅਸੀਂ USA ਜਾ ਕੇ ਪੜ੍ਹ ਸਕਦੇ ਹੈਗੇ ਹਾਂ। ਇੱਕ 10-12 ਲੱਖ ਰੁਪਏ ਦਾ ਬਜਟ ਸਫੀਸ਼ੀਐਂਟ ਹੈਗਾ ਸਾਲ ਦੀ ਫੀਸ ਪਾ ਕੇ, ਅਗਰ ਅਸੀਂ ਉੱਥੇ ਜਾ ਕੇ ਪੜ੍ਹਨਾ ਚਾਹੁੰਦੇ ਹਾਂ। ਹਾਂਜੀ, ਡਿਪੈਂਡਿੰਗ ਅਪੋਨ ਕਿ ਤੁਹਾਡੇ ਪ੍ਰੋਫਾਈਲ ਦੇ ਕੀ ਮੈਰਿਟਸ ਨੇ, ਤੁਸੀਂ ਤੁਹਾਡੀ ਪ੍ਰੋਫਾਈਲ 'ਚ ਕਿੰਨੇ ਕੁ ਨੰਬਰ ਨੇ, ਤੁਹਾਡੇ ਕਿੰਨੇ ਕੁ ਆਇਲਟਸ, ਉਸ ਹਿਸਾਬ ਨਾਲ ਤੁਹਾਡੀ ਸਕਾਲਰਸ਼ਿਪਸ ਹੋ ਜਾਂਦੀਆਂ ਨੇ। ਸੋ ਫੀਸ ਬਹੁਤ ਘੱਟ ਰਹਿ ਜਾਂਦੀ ਹੈ। ਠੀਕ ਹੈ, ਬਿਲਕੁਲ। ਕਈ ਵਾਰੀ ਆਪਾਂ ਦੇਖਦੇ ਹਾਂ ਬੜੇ ਰਿਫਿਊਜ਼ਡ ਪ੍ਰੋਫਾਈਲਸ ਹੁੰਦੀ ਹੈ ਅਲੱਗ-ਅਲੱਗ ਕੰਟਰੀਜ਼ ਤੋਂ, ਚਾਹੇ ਕੈਨੇਡਾ, ਆਸਟ੍ਰੇਲੀਆ ਤੋਂ ਰਿਫਿਊਜ਼ ਪ੍ਰੋਫਾਈਲ ਹੈ, ਉਸਦਾ ਪ੍ਰੋਸੈਸ ਕਿਵੇਂ ਸਹੀ ਰਹਿੰਦਾ ਤੇ ਉਸਦੇ ਚਾਂਸਿਸ ਵੀ ਕਿਵੇਂ ਆਪਾਂ ਬ੍ਰਾਈਟ ਦੇਖਦੇ ਹਾਂ USA ਦੇ ਵਿੱਚ? ਦੇਖੋ ਹਰਜੋਤ ਜੀ, ਮੈਂ ਰਿਫਿਊਜ਼ਲਸ ਵਾਲੇ ਜਿਹੜੇ ਕਿਤੇ ਹੋਰ ਕੰਟਰੀ ਤੋਂ ਰਿਫਿਊਜ਼ ਹੋ ਚੁੱਕੇ ਨੇ, ਕਿਸੇ ਹੋਰ ਕੰਸਲਟੈਂਟ ਤੋਂ ਰਿਫਿਊਜ਼ ਹੋ ਚੁੱਕੇ ਨੇ, ਮੈਂ ਉਹਨਾਂ ਨੂੰ ਨਿਰਾਸ਼ ਨਹੀਂ ਕਰਨਾ ਚਾਹੁੰਦਾ। ਅਗਰ ਤੁਸੀਂ ਅੰਗਰੇਜ਼ੀ ਬੋਲ ਸਕਦੇ ਹੈਗੇ ਹੋ, ਤੁਹਾਡੀ ਜਿਹੜੀ ਅੱਖਾਂ ਦੇ ਵਿੱਚ ਜਿਹੜੀ ਚਮਕ ਹੈ ਉਹ ਪੜ੍ਹਾਈ ਕਰਨ ਵਾਲੀ ਹੈਗੀ ਹੈ, ਤਾਂ ਜ਼ਰੂਰ ਆਪਾਂ USA ਦਾ ਵੀਜ਼ਾ ਲੈ ਸਕਦੇ ਹਾਂ। ਤੁਸੀਂ ਸਾਨੂੰ ਇੱਕ ਵਾਰੀ ਜ਼ਰੂਰ ਆ ਕੇ ਮਿਲੋ,
ਸਾਡੀ ਮਿਲਣ ਦੀ ਕੋਈ ਫੀਸ ਨਹੀਂ ਹੈਗੀ। ਜਲੰਧਰ ਚੰਡੀਗੜ੍ਹ 2 ਆਫਿਸਿਸ ਨੇ, ਤੁਸੀਂ ਮੈਨੂੰ ਮਿਲਣਾ ਚਾਹੁੰਦੇ ਹੋ ਅਪਾਇੰਟਮੈਂਟ ਫਿਕਸ ਕਰ ਸਕਦੇ ਹੋ। ਨਾਰਮਲੀ ਮੰਡੇ ਦੇ ਦਿਨ ਮੈਂ ਜਲੰਧਰ ਆਫਿਸ ਐਂਡ ਸ਼ੁੱਕਰਵਾਰ ਦੇ ਦਿਨ ਜਿਹੜਾ ਆ ਉਹ ਚੰਡੀਗੜ੍ਹ ਆਫਿਸ ਹੁੰਦਾ ਆ। ਤੁਸੀਂ ਅਪਾਇੰਟਮੈਂਟ ਫਿਕਸ ਕਰ ਸਕਦੇ ਹੋ, ਤੁਸੀਂ ਮੈਨੂੰ ਮਿਲ ਸਕਦੇ ਹੋ, ਆਪਣਾ ਪ੍ਰੋਫਾਈਲ ਡਿਸਕਸ ਕਰ ਸਕਦੇ ਹੋ ਐਂਡ ਫਿਰ ਤੁਸੀਂ ਅਸੈਸ ਕਰ ਸਕਦੇ ਹੋ ਵੀ ਸਾਡੇ ਕੋਲ ਅਪਲਾਈ ਕਰਨਾ ਕਿ ਨਹੀਂ ਕਰਨਾ। ਜੀ ਬਿਲਕੁਲ ਠੀਕ ਹੈ। ਕਾਲਜ ਯੂਨੀਵਰਸਿਟੀ ਦੀ ਚੋਣ ਕਰਨਾ ਸਟੂਡੈਂਟਸ ਲਈ ਇੱਕ ਬਹੁਤ ਵੱਡਾ ਸਵਾਲ ਬਣਿਆ ਰਹਿੰਦਾ। ਗੱਲ ਜਦੋਂ USA ਦੀ ਆਪਾਂ ਕਰ ਰਹੇ ਹਾਂ ਤਾਂ ਕਿਸ ਤਰੀਕੇ ਨਾਲ ਕਿਹੜੀ ਗੱਲਾਂ ਦਾ ਧਿਆਨ ਰੱਖਦੇ ਹੋਏ ਇਹ ਸਿਲੈਕਸ਼ਨ ਕਰਨੀ ਚਾਹੀਦੀ ਹੈ? ਜਦੋਂ ਅਸੀਂ ਕਾਲਜ ਦੀ ਸਿਲੈਕਸ਼ਨ ਕਰਦੇ ਹਾਂ ਜਾਂ ਯੂਨੀਵਰਸਿਟੀ ਦੀ ਸਿਲੈਕਸ਼ਨ ਕਰ ਰਹੇ ਹਾਂ, ਯੂਨੀਵਰਸਿਟੀ ਦੀ ਰੈਂਕਿੰਗ ਨੋ ਡਾਊਟ ਮੈਟਰ ਕਰਦੀ ਹੈਗੀ ਹੈ। ਜੀ ਉੱਥੇ ਦੀਆਂ ਕੀ ਫੈਸਿਲਿਟੀਜ਼ ਹੈਗੀਆਂ ਨੇ। ਅਗਰ ਬੱਚਾ ਇੰਜੀਨੀਅਰਿੰਗ ਵਾਸਤੇ ਜਾ ਰਿਹਾ ਹੈ ਕਿ ਉਹ ਜਿਹੜੇ ਕੋਰਸਿਸ ਹੈਗੇ ਆ ਉਹ STEM ਸਰਟੀਫਾਈਡ ਨੇ, ਸਾਇੰਸ ਟੈਕਨੋਲੋਜੀ ਇੰਜੀਨੀਅਰਿੰਗ ਮੈਥਮੈਟਿਕਸ, ਕੀ ਕੋਈ ਰਿਸਰਚ ਟੀਮ ਦਾ ਹਿੱਸਾ ਬਣਨ ਦਾ ਮੌਕਾ ਮਿਲੇਗਾ ਕਿ ਨਹੀਂ ਮਿਲੇਗਾ। ਸੋ ਅੱਗੇ ਆਪਾਂ ਨੂੰ ਜਿਹੜੇ ਲੜਕੀਆਂ ਉੱਥੇ ਪੜ੍ਹਨ ਜਾਂਦੀਆਂ ਉਹਨਾਂ ਨੇ ਆਪਣੀ ਸਿਕਿਉਰਿਟੀ ਵੀ ਦੇਖਣੀ ਹੁੰਦੀ ਹੈ ਕਿ ਯੂਨੀਵਰਸਿਟੀਜ਼ ਕਿੱਥੇ ਜਿੱਥੇ ਲੜਕੀਆਂ ਦੀ ਸਿਕਿਉਰਿਟੀ ਹੋਵੇ। ਐਕਸਟਰਾ ਕਰਿਕੂਲਰ ਐਕਟੀਵਿਟੀਜ਼ ਕਿਹੜੀਆਂ ਯੂਨੀਵਰਸਿਟੀਜ਼ ਪ੍ਰੋਵਾਈਡ ਕਰਦੀਆਂ ਨੇ ਤਾਂ ਕਿ ਆਪਾਂ ਨੂੰ ਇੱਕ ਫੁੱਲ ਫਲੈਜ ਗਰੋ ਕਰਨ ਦਾ ਮੌਕਾ ਮਿਲ ਸਕੇ। ਇੱਥੇ ਮੈਂ ਗੱਲ ਕਰਨਾ ਚਾਹਾਂਗਾ ਕਿ ਇੱਕ ਮੇਰਾ ਸਟੂਡੈਂਟ ਸੀਗਾ, ਉਹਨੂੰ ਜਿਮ ਦਾ ਸ਼ੌਂਕ ਸੀਗਾ। ਸੋ ਉਹ ਜਦੋਂ ਉੱਥੇ ਗਿਆ ਉਹਨੂੰ ਇਹ ਸੀਗਾ ਕਿ ਮੈਂ ਉਸ ਯੂਨੀਵਰਸਿਟੀ ਦੇ ਵਿੱਚ ਜਾਵਾਂ ਜਿੱਥੇ ਮੈਨੂੰ ਜਿਮ ਦੀ ਫੈਸਿਲਿਟੀ ਮਿਲੇ। ਸੋ ਉਹਦੇ ਚਾਅ ਨੂੰ ਦੇਖਦੇ ਹੋਏ ਜਿਹੜੀ ਯੂਨੀਵਰਸਿਟੀ ਨੇ ਉਹਦੀ ਜਿਹੜੀ ਜਿਮ ਮੈਂਬਰਸ਼ਿਪ ਹੈ ਉਹ ਆਲਮੋਸਟ ਫ੍ਰੀ ਕਰ ਦਿੱਤੀ। ਈਵਨ ਉਹਨੂੰ ਉੱਥੇ ਅਸਿਸਟੈਂਟਸ਼ਿਪ ਦਾ ਮੌਕਾ ਮਿਲ ਗਿਆ ਕਿ ਜਿਹੜੇ ਬੈਚਲਰਸ ਵਾਲੇ ਸਟੂਡੈਂਟਸ ਹੈ ਉਹਨਾਂ ਨੂੰ ਪੜ੍ਹਾਉਣਾ ਮਾਸਟਰਸ ਉਹ ਖੁਦ ਕਰਨ ਗਿਆ ਸੀਗਾ ਤਾਂ ਉਹਦਾ ਉਹਨਾਂ ਨੂੰ $1,600 ਵੀ ਨਾਲ ਅਸਿਸਟੈਂਟਸ਼ਿਪ ਵੀ ਲਗਾ ਦਿੱਤੀ। ਓਕੇ ਜੀ, ਉਹੀ ਗੱਲ ਹੈ ਕਿ ਇੱਕ ਚੰਗੇ ਕੰਸਲਟੈਂਟ ਤੋਂ ਤੁਸੀਂ ਅਗਰ ਅਪਲਾਈ ਕਰਵਾਉਂਦੇ ਹੋ, ਆਪਣਾ ਪ੍ਰੋਸੈਸ ਕਰਵਾਉਂਦੇ ਹੋ ਤਾਂ ਤੁਹਾਨੂੰ ਚੰਗੀਆਂ ਆਪਸ਼ਨਸ ਹੋਰ ਬਹੁਤ ਜ਼ਿਆਦਾ ਜਾਣਨ ਨੂੰ ਮਿਲਦੀਆਂ ਨੇ ਤੇ ਤੁਹਾਨੂੰ ਬੈਨੀਫਿਟ ਵੀ ਲੌਂਗ ਟਰਮ ਜ਼ਰੂਰ ਹੋ ਸਕਦੇ ਨੇ। ਆਪਾਂ ਕੰਪਲੀਟ ਪ੍ਰੋਸੈਸ ਦੀ ਜੇਕਰ ਗੱਲ ਕਰੀਏ ਅਪਲਾਈ ਕਰਨ ਤੋਂ ਲੈ ਕੇ ਵੀਜ਼ਾ ਆਉਣ ਤੱਕ ਕਿੰਨਾ ਟਾਈਮ ਮੰਨ ਕੇ ਚੱਲੀਏ? ਦੇਖੋ ਅਪਲਾਈ ਹਾਲੇ ਤੁਸੀਂ 1 ਮਹੀਨੇ ਬਾਅਦ ਵੀ ਕਰ ਸਕਦੇ ਹੋ। ਵੀਜ਼ਾ ਮੈਂ ਤੁਹਾਨੂੰ ਸਤੰਬਰ ਤੱਕ ਲੈ ਦਾਂਗਾ। ਸੋ 2-3 ਮਹੀਨੇ ਦਾ ਪ੍ਰੋਸੈਸ ਹੈਗਾ ਇਨ ਟੋਟਲ। ਬਟ ਜਲਦੀ ਅਗਰ ਤੁਸੀਂ ਅਪਲਾਈ ਕਰੋਗੇ ਉਨੀ ਅਸੀਂ ਯੂਨੀਵਰਸਿਟੀਜ਼ ਦੀ ਜਿਹੜੀ ਹੋਰ ਐਪਲੀਕੇਸ਼ਨਸ ਲਗਾ ਸਕਦੇ ਹਾਂ ਕਿਉਂਕਿ ਸਾਰੀਆਂ ਯੂਨੀਵਰਸਿਟੀਜ਼ ਮੇਰੀਆਂ ਘਰ ਦੀਆਂ ਨਹੀਂ ਹੈਗੀਆਂ। ਕੁਝ ਯੂਨੀਵਰਸਿਟੀਜ਼ 'ਤੇ ਸਾਨੂੰ ਵੀ ਡੈਡਲਾਈਨ ਦੇ ਹਿਸਾਬ ਦੇ ਨਾਲ ਚੱਲਣਾ ਪੈਂਦਾ ਆ। ਸੋ ਜਿੰਨਾ ਜਲਦੀ ਅਪਲਾਈ ਕਰੋਗੇ ਉਨਾ ਬੈਨੀਫਿਟ ਤੁਹਾਡੇ ਲਈ ਰਹੇਗਾ, ਉਨਾ ਹੀ ਟਾਈਮ ਤੁਹਾਨੂੰ ਇੰਟਰਵਿਊ ਦੀ ਪ੍ਰੈਪਰੇਸ਼ਨ ਲਈ ਵੀ ਮਿਲ ਜਾਏਗਾ। ਜੀ ਬਿਲਕੁਲ। ਤੇ ਚਲੋ ਹੁਣ ਆਪਾਂ ਗੱਲ ਬੈਂਚਮਾਰਕ ਅਬਰੋਡ ਦੀ ਵੀ ਜੇਕਰ ਕਰੀਏ, 20 ਸਾਲਾਂ ਦਾ ਜਿਹੜਾ ਤੁਹਾਡਾ ਸਫ਼ਰ ਹੈ, ਤੁਸੀਂ ਲਗਾਤਾਰ ਜੋ ਹੈ USA ਬਾਰੇ ਸਟੂਡੈਂਟਸ ਨੂੰ ਅਵੇਅਰ ਕਰਦੇ ਆ ਰਹੇ ਹੋ, ਉਹਨਾਂ ਦੀ ਹੈਲਪ ਕਰਦੇ ਆ ਰਹੇ ਹੋ ਕਿ ਅਗਰ USA ਜਾਣਾ ਚਾਹੁੰਦੇ ਨੇ ਤਾਂ ਮੈਂ ਜ਼ਰੂਰ ਜਾਣਨਾ ਚਾਹੂੰਗੀ ਕਿ ਬੈਂਚਮਾਰਕ ਅਬਰੋਡ ਵੱਲੋਂ ਕਿਸ ਤਰੀਕੇ ਦੀ ਫੈਸਿਲਿਟੀਜ਼, ਕਿਸ ਤਰ੍ਹਾਂ ਦੀ ਸਰਵਿਸਿਜ਼ ਸਟੂਡੈਂਟਸ ਨੂੰ ਦਿੱਤੀਆਂ ਜਾਂਦੀਆਂ ਤੇ ਕਿਉਂ ਸਟੂਡੈਂਟ ਤੁਹਾਡੇ ਕੋਲ ਹੀ ਆਵੇ? ਦੇਖੋ ਬੜੀ ਕਲੀਅਰ ਜੀ ਗੱਲ ਹੈ USA ਵੀਜ਼ੇ ਦੀ। ਜਦੋਂ ਅਸੀਂ ਗੱਲ ਕਰਦੇ ਹਾਂ ਮੇਨ ਜਿਹੜਾ ਉਹਦੀ ਬੈਕਬੋਨ ਆ ਉਹ ਇੰਟਰਵਿਊ ਦੀ ਪ੍ਰੈਪਰੇਸ਼ਨ ਹੈ। ਕੋਈ ਵੀ ਕੰਸਲਟੈਂਟ, ਇਹ ਮੇਰਾ ਚੈਲੰਜ ਹੈ, ਕੋਈ ਵੀ ਕੰਸਲਟੈਂਟ ਪ੍ਰੋਪਰ ਤਰੀਕੇ ਦੇ ਨਾਲ USA ਦੀ ਇੰਟਰਵਿਊ ਦੀ ਤਿਆਰੀ ਨਹੀਂ ਕਰਾ ਰਿਹਾ। ਤੁਸੀਂ ਮੇਰੇ ਜਲੰਧਰ ਆਫਿਸ ਆ ਕੇ ਦੇਖ ਸਕਦੇ ਹੈਗੇ ਹੋ। ਅਰਾਊਂਡ ਅਸੀਂ ਇੱਕ ਫੈਸਿਲਿਟੀ ਕਾਇਮ ਕੀਤੀ ਹੈ ਜਿੱਥੇ ਕਾਫੀ ਸਾਰੇ ਸਟੂਡੈਂਟਸ ਰੈਗੂਲਰ ਆ ਕੇ ਆਪਣੇ ਕਲਾਸ ਲੈ ਰਹੇ ਨੇ। ਅਗਰ ਸਟੂਡੈਂਟ ਦੂਰੋਂ ਨੇੜਿਓਂ ਹੈਗੇ ਨੇ ਤਾਂ ਉਹਨਾਂ ਨੂੰ ਆਨਲਾਈਨ ਕਲਾਸਿਸ ਵੀ ਡੇਲੀ ਪ੍ਰੋਵਾਈਡ ਕੀਤੀਆਂ ਜਾ ਰਹੀਆਂ। ਐਂਡ ਜਦੋਂ ਬੱਚਿਆਂ ਦੀ ਇੰਟਰਵਿਊ ਕਲੋਜ਼ ਆ ਜਾਂਦੀ ਹੈਗੀ, ਕਈ ਵਾਰ ਮੈਂ ਖੁਦ ਸੈਸ਼ਨ ਲੈਂਦਾ ਹਾਂ, ਉਹਨਾਂ ਦੇ ਡਾਊਟਸ ਨੂੰ ਕਲੀਅਰ ਕਰਦਾ ਹਾਂ ਤਾਂ ਕਿ ਬੱਚੇ ਕੋਈ ਵੀ ਡਾਊਟ ਲੈ ਕੇ ਇੰਟਰਵਿਊ ਦਾ ਅੰਬੈਸੀ ਨਾ ਪਹੁੰਚਣ। ਉਹਨਾਂ ਦੇ ਸਾਰੇ A to Z ਡਾਊਟਸ ਕਲੀਅਰ ਹੋਣੇ ਚਾਹੀਦੇ ਆ ਤਾਂ ਕਿ ਉਹ ਅੰਬੈਸੀ ਜਾ ਕੇ ਉਹਨਾਂ ਦੀਆਂ ਲੱਤਾਂ ਨਾ ਕੰਬਣ, ਸਿਰਫ ਉਹਨਾਂ ਦੇ ਜਿਹੜੇ ਬੁੱਲ ਹੈ ਉਹ ਕੰਬਣ ਕਿ ਉਹ ਖੁਸ਼ੀ ਦੇ ਬੁੱਲ ਜਿਹੜੇ ਵੀਜ਼ਾ ਲੈਣ ਤੋਂ ਬਾਅਦ ਹੁੰਦੀ ਇੱਕ ਸਮਾਈਲ ਹੁੰਦੀ ਹੈ ਉਹਨਾਂ ਦੇ ਬੁੱਲਾਂ 'ਤੇ ਆਵੇ। ਸੋ ਇਸ ਤਰੀਕੇ ਨਾਲ ਅਸੀਂ ਸਟੂਡੈਂਟ ਨੂੰ ਪ੍ਰਪੇਅਰ ਕਰਦੇ ਹਾਂ। ਨਾਰਮਲੀ ਕੀ ਹੁੰਦਾ ਕਿ ਸਿਰਫ ਇੱਕ ਨਰਵਸਨੈਸ ਹੁੰਦੀ ਹੈ ਜਿਹਦੇ ਕਰਕੇ ਵੀਜ਼ਾ ਨਹੀਂ ਮਿਲਦਾ। ਉਹ ਨਰਵਸਨੈਸ ਨੂੰ ਅਸੀਂ ਦੂਰ ਕਰਦੇ ਹਾਂ। ਸਾਡੇ ਜਿਹੜੇ ਟ੍ਰੇਨਡ ਇੰਸਟਰਕਟਰਸ ਨੇ ਉਹ ਪੂਰਾ ਬੱਚਿਆਂ 'ਤੇ ਕੰਮ ਕਰਦੇ ਨੇ, ਪੂਰਾ ਉਹਨਾਂ ਨੂੰ ਗਾਈਡ ਕਰਦੇ ਨੇ। ਹਰ ਇੱਕ ਕੁਐਸਚਨ ਦਾ ਆਨਸਰ ਦਿੱਤਾ ਜਾਂਦਾ ਉਹਨਾਂ ਨੂੰ, ਉਹਨਾਂ ਦੀਆਂ ਮੌਕ ਇੰਟਰਵਿਊਜ਼ ਕੰਡਕਟ ਕੀਤੀਆਂ ਜਾਂਦੀਆਂ ਤਾਂ ਕਿ ਜਿਹੜਾ F1 ਵੀਜ਼ਾ ਆ ਉਹ ਅਚੀਵ ਕੀਤਾ ਜਾ ਸਕੇ। ਜੀ, ਸੋ USA ਜੋ ਕਿ ਇੰਟਰਵਿਊ ਬੇਸਡ ਵੀਜ਼ਾ ਅਸੀਂ ਹਮੇਸ਼ਾ ਕਹਿੰਦੇ ਹਾਂ। ਸੋ ਸਟੂਡੈਂਟਸ ਇੰਟਰਵਿਊ ਤੋਂ ਘਬਰਾਉਂਦੇ ਹੋਏ ਹੀ ਜੋ ਹੈ USA ਲਈ ਕਈ ਵਾਰੀ ਅੱਗੇ ਨਹੀਂ ਵੱਧਦੇ। ਸੋ ਅਗਰ ਤੁਸੀਂ ਬੈਂਚਮਾਰਕ ਅਬਰੋਡ ਕੋਲ ਆਉਂਦੇ ਹੋ, ਤੁਹਾਨੂੰ ਪੂਰੀ ਤਰ੍ਹਾਂ ਨਾਲ ਤਿਆਰ ਕੀਤਾ ਜਾਂਦਾ ਹੈ, ਚਾਹੇ ਗੱਲ ਇੰਟਰਵਿਊ ਦੀ ਹੋਵੇ, ਚਾਹੇ ਡਾਕੂਮੈਂਟੇਸ਼ਨ ਦੀ ਹੋਵੇ, ਹਰ ਇੱਕ ਚੀਜ਼ ਸਟੈਪ ਬਾਏ ਸਟੈਪ ਤੁਹਾਨੂੰ ਸਮਝਾਈ ਜਾਂਦੀ ਹੈ ਤਾਂ ਕਿ ਤੁਸੀਂ ਸਹੀ ਪ੍ਰੋਸੈਸ ਦੇ ਨਾਲ, ਸਮੂਥਲੀ ਪ੍ਰੋਸੈਸ ਦੇ ਨਾਲ ਜੋ ਹੈ ਅੱਗੇ ਵਧੋ ਤੇ ਆਪਣਾ ਵੀਜ਼ਾ ਹਾਸਿਲ ਕਰ ਸਕੋ। ਸੈਪਟੈਂਬਰ ਇਨਟੇਕ ਲਈ ਅਗਰ ਤੁਸੀਂ ਹਲੇ ਅਪਲਾਈ ਕਰਨ ਬਾਰੇ ਸੋਚ ਰਹੇ ਹੋ, ਕਰਨਾ ਚਾਹੁੰਦੇ ਹੋ ਤਾਂ ਇਸ ਨੰਬਰ ਤੇ ਕਾਲ ਜ਼ਰੂਰ ਕਰੋ। ਹਲੇ ਵੀ ਮੌਕਾ ਹੈ, ਤੁਸੀਂ USA ਲਈ ਅਪਲਾਈ ਕਰ ਸਕਦੇ ਹੋ ਸੈਪਟੈਂਬਰ ਇਨਟੇਕ ਲਈ। ਕਿਹੜੇ ਕਾਲਜ, ਕਿਹੜੀ ਯੂਨੀਵਰਸਿਟੀ ਜਾਂ ਕਿਹੜੇ ਕੋਰਸ ਲਈ ਤੁਹਾਨੂੰ ਅੱਗੇ ਜਾਣਾ ਚਾਹੀਦਾ, ਇਸ ਦੇ ਲਈ ਤੁਹਾਨੂੰ ਗਾਈਡੈਂਸ ਦੀ ਲੋੜ ਹੈ ਤਾਂ ਤੁਸੀਂ ਬੈਂਚਮਾਰਕ ਅਬਰੋਡ ਦੇ ਆਫਿਸ ਜਲੰਧਰ ਅਤੇ ਚੰਡੀਗੜ੍ਹ ਵਿੱਚ ਇਹਨਾਂ ਦਾ ਆਫਿਸ ਹੈ, ਇੱਥੇ ਵਿਜ਼ਿਟ ਕਰ ਸਕਦੇ ਹੋ। ਆਪਣੇ ਡਾਕੂਮੈਂਟ ਜ਼ਰੂਰ ਲੈ ਕੇ ਆਇਓ ਤਾਂ ਕਿ ਅਸੈਸਮੈਂਟ ਹੋਵੇ ਔਰ ਸਹੀ ਢੰਗ ਨਾਲ ਤੁਹਾਨੂੰ ਸਾਰੀ ਚੀਜ਼ਾਂ ਸਮਝਾਈਆਂ ਜਾਣ ਤੇ ਤੁਸੀਂ ਆਪਣਾ ਪ੍ਰੋਸੈਸ ਕੰਪਲੀਟ ਕਰਦੇ ਹੋਏ ਆਪਣਾ ਵੀਜ਼ਾ ਹਾਸਲ ਕਰ ਸਕੋ। ਬਹੁਤ ਬਹੁਤ ਥੈਂਕਸ ਸਰ, ਤੁਸੀਂ ਅੱਜ USA ਬਾਰੇ ਕਾਫੀ ਡਿਟੇਲ ਵਿੱਚ ਸਾਰੇ ਦਰਸ਼ਕਾਂ ਨੂੰ ਜਾਣਕਾਰੀ ਦਿੱਤੀ ਹੈ। ਇਸ ਦੇ ਨਾਲ ਹੀ ਹੁਣ ਮੈਨੂੰ ਯਾਨੀ ਕਿ ਹਰਜੋਤ ਕੌਰ ਨੂੰ ਵੀ ਦਿਓ ਜੀ ਇਜਾਜ਼ਤ। ਸਤਿ ਸ਼੍ਰੀ ਅਕਾਲ।